ਨਿਰੰਜਨ ਸਿੰਘ ਪ੍ਰਿੰਸੀਪਲ ਦੀ ਪੁਸਤਕ ਹੈ ਪ੍ਰੇਮ ਕਣੀ। 40 ਵਾਂਗ ਕੰਗਣਾ ਛਛਪਾਲ ਕੇ ਹਾਥ ਰਹਿਓ, ਬਿਦਨਾ ਕਛ ਔਰ ਕੀ ਔਰ ਬਟੀ। ਸੁੱਖੋ ਦੇ ਨਾਲ ਕਰਨਾਲੀ ਛੋਟਾ ਜਿਹਾ ਪਿੰਡ ਹੈ। ਇਹ ਗ੍ਰਾਮ ਭਾਵੇਂ ਛੋਟਾ ਹੈ ਪਰ ਪੋਠੋਹਾਰ 'ਚ ਕਾਫੀ ਮਸ਼ਹੂਰ ਹੈ ਕਿਉਂਕਿ ਇੱਥੇ ਵਿਸਾਖੀ ਦਾ ਬੜਾ ਭਾਰੀ ਮੇਲਾ ਲੱਗਦਾ। ਇਸ ਪਿੰਡ 'ਚ ਇੱਕ ਨਵਾਂ ਸੋਹਣਾ 2 ਛੱਤਾ ਮਕਾਨ ਹੈ। ਇਸ ਮਕਾਨ ਦੀ ਡਿਉਢੀ 'ਚ ਮੰਜੇ 'ਤੇ ਤਕੀਆ ਲਾ ਕੇ ਇੱਕ ਬਿਰਧ ਆਦਮੀ ਬੈਠਾ ਹੈ। ਬਾਹਰੋਂ ਡਾਕੀਆ ਆਇਆ, ਉਹਨੇ ਇਹਨਾਂ ਨੂੰ ਇੱਕ ਚਿੱਠੀ ਦਿੱਤੀ। ਚਿੱਠੀ ਪੜ੍ਹ ਕੇ ਬਿਰਧ ਨੇ ਆਵਾਜ਼ ਮਾਰੀ, ਗਿਆਨ ਦੀ ਬੇ ਉਰੇ ਆਵੇਂ ਨਾ। ਇੱਕ ਵਡੇਰੀ ਉਮਰ ਦੀ ਔਰਤ ਆ ਗਈ ਅਤੇ ਨਾਲ ਦੇ ਮੰਜੇ 'ਤੇ ਬੈਠ ਗਈ। ਇਹ ਬਿਰਧ ਪੁਰਸ਼ ਚੌਧਰੀ ਰਾਮ ਸਿੰਘ ਜੀ, ਚੌਧਰੀ ਮੰਨਾ ਸਿੰਘ ਸੁੱਖੋ ਵਾਲਿਆਂ ਦੇ ਸਪੁੱਤਰ ਹਨ। ਚੌਧਰੀ ਮੰਨਾ ਸਿੰਘ ਬੜਾ ਭਾਰੀ ਸ਼ਾਹੂਕਾਰ ਸੀ ਅਤੇ ਇਲਾਕੇ ਦੇ ਵੱਡੇ ਛੋਟੇ ਸਾਰੇ ਆਦਮੀ ਇਹਦੇ ਕੋਲੋਂ ਕਰਜ਼ਾ ਲੈਂਦੇ ਸੀ। ਚੌਧਰੀ ਨੇ ਕੁਝ ਜਾਇਦਾਦ ਰਾਵਲਪਿੰਡੀ ਅਤੇ ਕੁਝ ਸੁੱਖੋ ਵੀ ਬਣਾਈ ਸੀ। ਇਹਦੀ ਇੱਕ ਲੜਕੀ ਰਾਜਵੰਤੀ ਅਤੇ 2 ਲੜਕੇ ਰਾਮ ਸਿੰਘ ਅਤੇ ਸਾਵਣ ਸਿੰਘ ਹੈ। ਅਤੇ ਰਾਜ ਦਾ ਵਿਆਹ ਤਾਂ ਉਹ ਪਿੰਡੀ ਦੇ ਇੱਕ ਵਕੀਲ ਧਰਮ ਸਿੰਘ ਨਾਲ ਕਰ ਗਿਆ ਸੀ। ਅਤੇ ਰਾਮ ਸਿੰਘ ਸਾਵਣ ਸਿੰਘ ਬੰਦੇ ਦੇ ਬਸਾਲੀਓਂ ਵਿਆਹੇ ਹੋਏ ਸਨ। ਅਤੇ ਸਾਵਣ ਸਿੰਘ ਦੀ ਔਰਤ ਬੜੀ ਚਾਤਰ ਅਤੇ ਬਦਚਲਣ ਸੀ। ਜਿੰਨਾ ਚਿਰ ਉਹ ਵਿਚਾਰਾ ਜਿਉਂਦਾ ਰਿਹਾ ਉਹ ਇਸ ਔਰਤ ਦੇ ਹੱਥੋਂ ਤੰਗ ਰਿਹਾ। ਆਖਰ ਇੱਕ ਦਿਨ ਬਹੁਤ ਹੀ ਤੰਗ ਆ ਕੇ ਉਹਨੇ ਫੀਮ ਖਾ ਕੇ ਆਤਮਘਾਤ ਕਰ ਲਿਆ। ਮਰਨ ਵੇਲੇ ਉਹਦੇ ਘਰ 4 ਨਿੱਕੇ ਨਿੱਕੇ ਬੱਚੇ ਸੀ। ਚੌਧਰੀ ਰਾਮ ਸਿੰਘ ਬੰਦੇ ਵਿਆਹੇ ਸੀ। ਉਹਨਾਂ ਦੀ ਸੁਪਤਨੀ ਦਾ ਨਾਂ ਦ੍ਰੋਪਦੀ ਸੀ। ਸਾਵਣ ਸਿੰਘ ਦੇ ਗੁਜ਼ਰਨ ਵੇਲੇ ਤੱਕ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਅਤੇ ਚੌਧਰੀ ਰਾਮ ਸਿੰਘ ਆਪਣੇ ਭਤੀਜਿਆਂ ਨਾਲ ਬਹੁਤ ਪਿਆਰ ਕਰਦੇ ਸੀ। ਉਹਨਾਂ ਦੀ ਪੜ੍ਹਾਈ ਆਦਿ ਦਾ ਖਾਸ ਖਿਆਲ ਰੱਖਦੇ ਅਤੇ ਆਮ ਦੁਨੀਆ ਨੂੰ ਇਹ ਖਿਆਲ ਸੀ ਕਿ ਚੌਧਰੀ ਮੰਨਾ ਸਿੰਘ ਦੀ ਸਾਰੀ ਜਾਇਦਾਦ ਅਤੇ ਚੌਧਰੀ ਰਾਮ ਸਿੰਘ ਨੇ ਇਸ ਨੂੰ ਜੋ ਕੁਝ ਵਧਾਇਆ ਹੈ ਸਭ ਕੁਝ ਇਹਨਾਂ 4 ਬੱਚਿਆਂ ਵਾਸਤੇ ਹੀ ਹੈ। ਪਰ ਕੁਦਰਤ ਦੇ ਰਾਹ ਨਿਆਰੇ 45 ਸਾਲ ਦੀ ਉਮਰ 'ਚ ਚੌਧਰੀ ਰਾਮ ਸਿੰਘ ਦੇ ਘਰ ਇੱਕ ਲੜਕੀ ਪੈਦਾ ਹੋਈ ਜਿਹਦਾ ਨਾਂ ਇਹਨਾਂ ਗਿਆਨ ਕੌਰ ਰੱਖਿਆ। 3 ਸਾਲਾਂ ਬਾਅਦ ਗਿਆਨ ਕੌਰ ਦਾ ਭਰਾ ਸੰਤੋਖ ਸਿੰਘ ਪੈਦਾ ਹੋਇਆ। ਇਸ ਲੜਕੇ ਦੇ ਪੈਦਾ ਹੋਣ ਤੋਂ ਪਿੱਛੋਂ ਚੌਧਰੀ ਰਾਮ ਸਿੰਘ ਦੇ ਭਤੀਜੇ ਆਪਣੀ ਮਾਂ ਦੇ ਅੱਡੇ ਚੜ੍ਹਨ ਸ਼ੁਰੂ ਹੋ ਗਏ ਅਤੇ ਕੁਪੱਤੀ ਮਾਂ ਦੇ ਆਖੇ ਲਾ ਕੇ ਉਹਨਾਂ ਲੜਕਿਆਂ ਨੇ ਚੌਧਰੀ ਸਾਹਿਬ ਨੂੰ ਤੰਗ ਕਰਨਾ ਸ਼ੁਰੂ ਕੀਤਾ। ਘਰ ਉਹਨਾਂ ਦੇ ਇੱਕੋ ਵਿਹੜੇ 'ਚ ਸੀ ਅਤੇ ਰੋਜ਼ ਕਲਕਲ ਹੀ ਪਈ ਰਿਹਾ ਕਰੇ। ਅਤੇ ਇਸ ਨਿੱਤ ਦੇ ਬਖੇੜੇ ਤੋਂ ਤੰਗ ਆ ਕੇ ਚੌਧਰੀ ਰਾਮ ਸਿੰਘ ਨੇ ਕਰਨਾਲੀ 'ਚ ਆਪਣਾ ਨਵਾਂ ਮਕਾਨ ਬਣਾ ਲਿਆ। ਚੌਧਰੀ ਰਾਮ ਸਿੰਘ ਦੇ ਆਪਣੇ ਹਿੱਸੇ ਦੀਆਂ ਰਾਵਲਪਿੰਡੀ ਦੀਆਂ ਦੁਕਾਨਾਂ ਤੋਂ 300-400 ਰੁਪਏ ਮਾਹਵਾਰ ਕਿਰਾਏ ਦੀ ਆਮਦਨ ਸੀ ਅਤੇ ਕੁਝ ਸ਼ਾਹੂਕਾਰਾ ਵੀ ਸੀ ਅਤੇ ਲਾਇਲਪੁਰ ਦੇ ਨੇੜੇ 224 ਚੱਕ 'ਚ ਇਹਨਾਂ ਦੇ 5 ਮੁਰੱਬੇ ਵੀ ਸਨ। ਚੌਧਰੀ ਰਾਮ ਸਿੰਘ ਦੀ ਗੁਜਰ ਖਾਨ ਦੇ ਚੌਧਰੀ ਹਰੀ ਚੰਦ ਨਾਲ ਡੂੰਘੀ ਮਿੱਤਰਤਾ ਸੀ। ਛੋਟੀ ਉਮਰ 'ਚ ਹੀ ਸੰਤੋਖ ਸਿੰਘ ਦੀ ਚੌਧਰੀ ਹਰੀ ਚੰਦ ਦੀ ਲੜਕੀ ਨਾਲ ਮੰਗਣੀ ਹੋ ਗਈ ਅਤੇ ਚੌਧਰੀ ਰਾਮ ਸਿੰਘ ਬੜਾ ਸਿਆਣਾ ਆਦਮੀ ਸੀ ਅਤੇ ਰਿਸ਼ਤਾ ਕਰਕੇ ਉਹਨੇ ਚੌਧਰੀ ਹਰੀ ਚੰਦ ਵਰਗੇ ਰਸੂਖ ਵਾਲੇ ਆਦਮੀ ਨੂੰ ਆਪਣੀ ਅਤੇ ਆਪਣੇ ਲੜਕੇ ਦੀ ਧਿਰ ਬਣਾ ਲਿਆ। ਚੌਧਰੀ ਰਾਮ ਸਿੰਘ ਚਿੱਠੀ ਵੱਲ ਇਸ਼ਾਰਾ ਕਰਕੇ ਆਪਣੀ ਪਤਨੀ ਦ੍ਰੋਪਦੀ ਨੂੰ ਕਹਿਣ ਲੱਗੇ ਕਿ ਚੌਧਰੀ ਹਰੀ ਚੰਦ ਹੋਰਾਂ ਦੀ ਚਿੱਠੀ ਆਈ ਹੈ। ਕੀ ਲਿਖਦੇ ਹੈ? ਲਿਖਦੇ ਆ ਸੰਤੋਖ ਦਾ ਵਿਆਹ ਲਓ। ਅਜੇ ਸੰਤੋਖ 15 ਵਰ੍ਹਿਆਂ ਦਾ ਨਹੀਂ ਹੋਇਆ। ਚੌਧਰੀ ਹਰੀ ਚੰਦ ਜੀ ਲਿਖਦੇ ਆ ਕਿ ਮੇਰੀ ਸਿਹਤ ਖਰਾਬ ਰਹਿੰਦੀ ਹੈ, ਭਾਗ ਮੇਰੀ ਸਭ ਨਾਲੋਂ ਛੋਟੀ ਲੜਕੀ ਹੈ, ਮੈਂ ਚਾਹੁੰਦਾ ਕਿ ਇਹਦਾ ਵਿਆਹ ਕਰਕੇ ਸੁਰਖਰੂ ਹੋਵਾਂ ਅਤੇ ਤੁਸੀਂ ਵਿਆਹ ਦੀਆਂ ਗੱਲਾਂ ਕਰਦੇ ਹੋ ਅਤੇ ਗਿਆਨ ਇਸ ਰਿਸ਼ਤੇ ਦੇ ਹੀ ਬਰਖਲਾਫ ਹੈ। ਅਤੇ ਚੌਧਰੀ ਹਰੀ ਚੰਦ ਵਰਗੇ ਰਾਜੇ ਦੇ ਘਰੋਂ ਰਿਸ਼ਤਾ ਆਵੇ ਧਨ ਭਾਗ ਨਾ ਸਮਝੀਏ। ਇਹੋ ਜਿਹਾ ਰਿਸ਼ਤਾ ਲੱਭਦਾ ਹੀ ਕਿਸ ਨੂੰ? ਅਤੇ ਮੈਨੂੰ ਤੰਗ ਹੋ ਕੇ ਬੋਲਦੇ ਹੋ। ਆਪਣੀ ਧੀ ਜਿਹਨੂੰ ਬੜੀ ਸਿਆਣੀ ਕਹਿੰਦੇ ਹੋ ਉਸ ਨਾਲ ਗੱਲ ਤਾਂ ਕਰਕੇ ਵੇਖੋ। ਚੌਧਰੀ ਸਾਹਿਬ ਨੇ ਗਿਆਨ ਕਰਕੇ 2-3 ਉੱਚੀਆਂ ਆਵਾਜ਼ਾਂ ਮਾਰੀਆਂ ਅਤੇ ਬੀਬੀ ਗਿਆਨ ਕੌਰ ਹੱਸਦੀ ਆਈ ਅਤੇ ਆਪਣੀ ਮਾਤਾ ਜੀ ਕੋਲ ਬਹਿ ਗਈ। ਗਿਆਨ, ਚੌਧਰੀ ਹਰੀ ਚੰਦ ਦੀ ਚਿੱਠੀ ਆਈ ਹੈ ਕਿ ਸੰਤੋਖ ਦਾ ਵਿਆਹ ਲਓ। ਤੂੰ ਮੈਨੂੰ ਰੋਜ਼ ਟੁੰਬਦੀ ਰਹਿੰਦੀ ਹੈ, ਸਿੱਧੀ ਆਪਣੇ ਪਾਪਾ ਜੀ ਨੂੰ ਕਿਉਂ ਨਹੀਂ ਕਹਿੰਦੀ? ਗਿਆਨ ਸਿਆਣੀ ਹੈ, ਕੋਈ ਤੇਰੇ ਵਾਂਗ ਕਮਲੀ ਤਾਂ ਨਹੀਂ। ਆਪਣੀਆਂ ਧੀਆਂ ਸਾਰਿਆਂ ਨੂੰ ਸਿਆਣੀਆਂ ਲੱਗਦੀਆਂ ਪਰ ਗੱਲ ਤਾਂ ਇਹਦੀ ਸੁਣ। ਗਿਆਨ ਕੌਰ, ਭਾਵੇਂ ਸਿਆਣੀ ਆਖੋ ਭਾਵੇਂ ਨਿਆਣੀ, ਮੈਂ ਇਸ ਰਿਸ਼ਤੇ ਦੇ ਤਾਂ ਬਿਲਕੁਲ ਬਰਖਲਾਫ ਹਾਂ। ਚੌਧਰੀ ਰਾਮ ਸਿੰਘ ਨੇ ਕਿਹਾ, ਗਿਆਨ, ਚੌਧਰੀ ਹਰੀ ਚੰਦ ਦੇ ਘਰ ਦਾ ਰਿਸ਼ਤਾ ਦੁਨੀਆ ਤਾਂ ਇਹੋ ਜਿਹੇ ਰਿਸ਼ਤਿਆਂ ਨੂੰ ਸਹਿਕਦੀ ਹੈ। ਪਿਤਾ ਜੀ ਖਿਮਾ ਕਰਨਾ, ਵਿਆਹ ਤੁਹਾਡਾ ਅਤੇ ਚੌਧਰੀ ਹਰੀ ਚੰਦ ਦਾ ਨਹੀਂ ਹੋਣਾ। ਵਿਆਹ ਤਾਂ ਵੀਰ ਜੀ ਦਾ ਅਤੇ ਭਾਗ ਦਾ ਹੋਣਾ। ਭਾਗ ਨੂੰ ਹਜ਼ੀਰਾਂ ਹੋ ਚੁੱਕੀਆਂ, ਉਹ ਸਦਾ ਬਿਮਾਰ ਹੀ ਰਹਿੰਦੀ ਹੈ। ਵੀਰ ਜੀ ਨੂੰ ਅਤੇ ਭਾਗ ਨੂੰ ਇਕੱਠਿਆਂ ਖੜਾ ਕਰਕੇ ਤਾਂ ਵੇਖੋ, ਇਹ ਜੋੜੀ ਸ਼ੋਭਦੀ ਹੈ। ਪਿਤਾ ਜੀ, ਮੈਂ ਤਾਂ ਕਹਾਂਗੀ ਕਿ ਜੇ ਤੁਸੀਂ ਇਹ ਸ਼ਾਦੀ ਕਰੋਗੇ ਤਾਂ ਆਪਣੇ ਇਕਲੌਤੇ ਬੇਟੇ ਲਈ ਕੰਡੇ ਹੀ ਬੀਜੋਗੇ। ਚੌਧਰੀ ਰਾਮ ਸਿੰਘ ਮੂੰਹ 'ਚ ਉਂਗਲੀ ਲੈ ਕੇ, ਗਿਆਨ, ਤੂੰ ਸਿਆਣੀ ਬਿਆਣੀ ਹੋ ਕੇ ਇਹੋ ਜਿਹੀਆਂ ਗੱਲਾਂ ਕਰਦੀ ਹੈ। ਵਿਆਹ ਤਾਂ ਦੋਵਾਂ ਖਾਨਦਾਨਾਂ ਦਾ ਸੰਬੰਧ ਹੁੰਦਾ ਹੈ। ਚੌਧਰੀ ਹਰੀ ਚੰਦ ਦੀ ਛਤਰ ਛਾਇਆ ਹੇਠ ਸੰਤੋਖ ਸੁੱਖ ਦਾ ਜੀਵਨ ਗੁਜ਼ਾਰੇਗਾ। ਵੇਖ, ਮੈਂ ਕੱਲ੍ਹ ਅੱਖਾਂ ਮੀਟ ਜਾਵਾਂ, ਸੰਤੋਖ ਨੂੰ ਉਹ ਰਾਖਸ਼ ਜੀਣ ਦੇਣਗੇ। ਪਿਤਾ ਜੀ, ਵਿਆਹ ਦੇ ਖਿਆਲ ਪੁਰਾਣੇ ਹੈ। ਪੱਛਮੀ ਸੱਭਿਅਤਾ ਨੇ ਆਮ ਨੌਜਵਾਨਾਂ ਦੇ ਖਿਆਲ ਬਦਲ ਦਿੱਤੇ ਹੈ। ਅਸੀਂ ਹੁਣ ਵਿਆਹ ਨੂੰ ਖਾਨਦਾਨਾਂ ਦਾ ਸੰਬੰਧ ਨਹੀਂ ਬਲਕਿ ਸਰੀਰਾਂ ਦਾ ਸੰਬੰਧ ਸਮਝਦੇ ਹਾਂ। ਇੱਕ ਭਾਂਡਾ ਖਰੀਦਣ ਲੱਗਿਆਂ ਵੀ ਆਦਮੀ ਪਰਖ ਕੇ ਠੋਕ ਵਜਾ ਕੇ ਖਰੀਦਦਾ।
ਪਤੀ ਦੀ ਸੇਵਾ ਕਰਨੀ ਜਾਂ ਔਲਾਦ ਦਾ ਪਾਲਣਾ ਜਾਂ ਪਤੀ ਦੇ ਦੁੱਖ ਸੁੱਖ ਦੇ ਸਹਾਈ ਹੋਣਾ ਇੱਕ ਰੋਗੀ ਇਸਤਰੀ ਤੋਂ ਅਜਿਹੀਆਂ ਉਮੀਦਾਂ ਰੱਖਣੀਆਂ ਅਸੰਭਵ ਹੈ। ਨਾਲ ਹੀ ਮੈਂ ਇਹ ਵੀ ਆਪ ਤੋਂ ਲੁਕਾਉਣਾ ਨਹੀਂ ਚਾਹੁੰਦੀ ਕਿ ਮੇਰੀ ਖਿੱਚ ਚੱਕਵਾਲ ਦੀ ਇੱਕ ਲੜਕੀ ਵੱਲ ਹੈ। ਇਹ ਲੜਕੀ ਸੁਸ਼ੀਲ, ਨੇਕ, ਲਾਇਕ, ਸਿਆਣੀ ਅਤੇ ਚੰਗੇ ਖਾਨਦਾਨ ਦੀ ਹੈ। ਗਿਆਨ ਤੇਰੇ ਨਾਲੋਂ ਵੀ ਸਿਆਣੀ ਹੈ। ਪਿਤਾ ਜੀ, ਮੈਂ ਤਾਂ ਉਹਦੀ ਗੋਲੀ ਬਣਨ ਦੇ ਵੀ ਯੋਗ ਨਹੀਂ। ਇਹ ਤਾਂ ਮੈਂ ਕਦੇ ਸੁਣਿਆ ਹੀ ਨਹੀਂ ਕਿ ਕੋਈ ਇਸਤਰੀ ਵੀ ਅਵਤਾਰ ਹੋਈ ਹੋਵੇ। ਪਰ ਜੇ ਕੋਈ ਇਸਤਰੀ ਅਵਤਾਰ ਹੋ ਸਕਦੀ ਹੈ, ਸੱਚਮੁੱਚ ਇਹ ਲੜਕੀ ਇੱਕ ਅਵਤਾਰ ਹੀ ਹੈ। ਪਿਤਾ ਜੀ, ਜੇ ਤੁਸੀਂ ਇੱਕ ਵਾਰ ਇਸ ਲੜਕੀ ਨੂੰ ਵੇਖੋ ਫਿਰ ਮੈਨੂੰ ਯਕੀਨ ਹੈ ਕਿ ਤੁਸੀਂ ਚੌਧਰੀ ਹਰੀ ਚੰਦ ਦੀ ਲੜਕੀ ਦਾ ਜ਼ਰੂਰ ਖਿਆਲ ਤਿਆਗ ਦਿਓਗੇ। ਗਿਆਨ, ਤੂੰ ਸਿਆਣੀ ਹੈ। ਮੇਰੀ ਗਲਤੀ ਸਹੀ, ਪਰ ਮੇਰੀ ਦਾੜੀ ਵੱਲ ਵੇਖ। ਮਰਦ ਬਚਨ ਦੇ ਕੇ ਮੁੱਕਰਦੇ ਨਹੀਂ ਹੁੰਦੇ। ਨਾਲੇ ਜੋ ਕੁਝ ਸੰਜੋਗਾਂ 'ਚ ਲਿਖਿਆ ਹੋ ਗਿਆ, ਉਹ ਬੱਚੇ ਅਜੇ ਕੁੱਛੜ ਹੀ ਸੀ, ਅਸੀਂ ਕੁੜਮਾਈ ਕੀਤੀ ਸੀ। ਪਿਤਾ ਜੀ, ਇਹ ਦਲੀਲ ਦੀ ਗੱਲ ਤਾਂ ਨਹੀਂ ਨਾ। ਦਲੀਲ 'ਚ ਤੂੰ ਜਿੱਤੀ ਤੇ ਮੈਂ ਹਾਰਿਆ। ਪਰ ਇਹ ਗੱਲ ਬਿਲਕੁਲ ਬੰਦ ਕਰ ਦੇ। ਐਸਾ ਨਾ ਹੋਵੇ ਸੰਤੋਖ ਦੇ ਕੰਨੀ ਕੁਝ ਭਿਣਕ ਪੈ ਜਾਏ। ਕੁਝ ਵਿਚਾਰੋ ਤਾਂ ਸਹੀ। ਮਾਤਾ ਜੀ, ਤੁਸੀਂ ਕਹੋ। ਮੈਂ ਕੀ ਕਹਾਂ? ਮੈਂ ਤੇਰੇ ਨਾਲੋਂ ਸਿਆਣੀ ਤਾਂ ਨਹੀਂ। ਜਿਸ ਵੇਲੇ ਤੂੰ ਗੱਲਾਂ ਕਰਦੀ ਹੈ ਮੈਂ ਸਮਝਦੀ ਹਾਂ ਤੂੰ ਠੀਕ ਰਾਹ 'ਤੇ ਚੱਲ ਰਹੀ ਹੈ, ਅਤੇ ਜਿਸ ਵੇਲੇ ਤੇਰੇ ਪਾਪਾ ਜੀ ਗੱਲ ਕਰਦੇ ਮੈਂ ਉਹਨਾਂ ਨਾਲ ਸਹਿਮਤ ਹੋ ਜਾਂਦੀ ਹਾਂ। ਗਿਆਨ, ਹੁਣ ਇਸ ਗੱਲ ਨੂੰ ਛੇੜ ਹੀ ਨਾ। ਇਸ ਗੱਲ ਵਿੱਚੋਂ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਨਿਕਲਣਾ। ਮੈਂ ਕਦਾਚਿਤ ਚੌਧਰੀ ਹਰੀ ਚੰਦ ਦੀ ਲੜਕੀ ਦਾ ਰਿਸ਼ਤਾ ਮੋੜ ਨਹੀਂ ਸਕਦਾ। ਇਸ ਲਈ ਘਰ 'ਚ ਫਿੱਕ ਨਾ ਪਾਓ। ਅੱਛਾ ਪਿਤਾ ਜੀ, ਤੁਹਾਡੀ ਰਜ਼ਾ ਜੋ ਪਰਮਾਤਮਾ ਨੂੰ ਮਨਜ਼ੂਰ ਹੈ ਉਹ ਹਰ ਹਾਲਤ 'ਚ ਹੋ ਕੇ ਰਹਿੰਦਾ ਹੈ। ਲਿਖੀਆਂ ਲੇਖ ਦੀਆਂ ਭੋਗ ਲੈ ਮਨਾਂ ਚੁੱਪ ਕਰਕੇ। ਵਿਆਹ ਦੀ ਤਾਰੀਖ 24 ਵਿਸਾਖ ਮੁਕਰਰ ਹੋਈ। ਦੋਈ ਪਾਸੇ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਗਈਆਂ। ਖੁਸ਼ੀਆਂ ਮਨਾਈਆਂ ਜਾਣ ਲੱਗ ਪਈਆਂ। ਘਰ ਤਾਂ ਵਿਆਹ ਤੇ 20 ਦਿਨ ਪਹਿਲਾਂ ਹੀ ਗੀਤ ਗਾਉਣੇ ਸ਼ੁਰੂ ਹੋ ਗਏ। ਗਿਆਨ ਕੌਰ ਨੇ ਖੁਸ਼ੀਆਂ 'ਚ ਹਿੱਸਾ ਵੱਧ ਚੜ੍ਹ ਕੇ ਲੈਣਾ ਹੀ ਸੀ, ਪਰ ਉਹਦੇ ਚਿੱਤ ਦੀ ਉਦਾਸੀ ਉਹਦੇ ਚਿਹਰੇ ਤੋਂ ਵੀ ਟਪਕ ਰਹੀ ਸੀ। ਵਿਆਹ ਤੋਂ 8 ਕੁ ਦਿਨ ਪਹਿਲਾਂ ਚੌਧਰੀ ਹਰੀ ਚੰਦ ਦੀ ਹੇਠ ਲਿਖੀ ਚਿੱਠੀ ਚੌਧਰੀ ਰਾਮ ਸਿੰਘ ਨੂੰ ਮਿਲੀ। ਗੁੱਜਰ ਖਾਂ, 15 ਵਿਸਾਖ। ਮੁਕਰਮੀ व मुज़्ज़मी जनाब चौधरी साहब, 24 तारीख सुबह बरोज शुक्रवार शादी की रस्म अदा होगी। बारात वीरवार मुबारखा 23 विसाख शाम को गुजर खान पहुँच जानी चाहिए। सुखों से जो गुजर खान को सड़क आती है उस पर गुजर खान के नज़दीक ही एक तालाब है, वहाँ हमारे आदमी 5 बजे शाम पहुँच जाएंगे और बारात का इंतज़ार करेंगे। मुझे यकीन है कि आपकी बारात 6 बजे से पहले पहुँच जाएगी। शादी की तैयारी हर तरह से मुकम्मल हो चुकी है। इस खत ਦੇ ਹੇਠਾਂ एक छोटा ਜਿਹਾ नोट इस तरह लिखा सी, भाग को परसों से कुछ बुखार है लेकिन कुछ फिक्र की बात नहीं, डॉक्टर साहब तसल्ली देते हैं 1-2 दिन में बुखार उतर जाएगा, आप इस बात की बिल्कुल तशवीश ना करें। खुशियां ਦੇ ਜਸ਼ਨ ਜਾਰੀ ਸੀ। ਮੇਲ ਮੰਡਲ ਇਕੱਠਾ ਹੋ ਗਿਆ। ਪ੍ਰੋਤ ਹੋਰੀ ਵੀ ਸੁੱਖੋ ਤੋਂ ਗੁਜਰ ਰਵਾਨਾ ਹੋ ਗਏ। ਚੌਧਰੀ ਸਾਹਿਬ ਦੀ ਵੱਡੀ ਨੀਲੀ ਘੋੜੀ ਸਿਹਰਿਆਂ ਨਾਲ ਲੱਦੀ ਲੜਕੇ ਦੀ ਸਵਾਰੀ ਲਈ ਆ ਗਈ। ਜਨਾਨੀਆਂ ਇਕੱਠੀਆਂ ਹੋ ਕੇ ਘੋੜੀਆਂ ਗਾਣ ਲੱਗੀਆਂ। ਗਿਆਨ ਕੌਰ ਨੇ ਘੋੜੀ ਦੀ ਵਾਗ ਗੁੰਦੀ। ਸੰਤੋਖ ਘੋੜੀ ਦੇ ਕੋਲ ਪਹੁੰਚਿਆ ਹੀ ਸੀ ਕਿ ਇੱਕ ਆਦਮੀ ਗੁਜਰ ਖਾਨ ਤੋਂ ਚਿੱਠੀ ਲੈ ਕੇ ਆਇਆ ਅਤੇ ਸਿੱਧਾ ਚੌਧਰੀ ਰਾਮ ਸਿੰਘ ਦੇ ਕੋਲ ਆਇਆ। ਚਿੱਠੀ ਉਹਨਾਂ ਦੇ ਹੱਥ ਫੜਾਤੀ। ਚੌਧਰੀ ਸਾਹਿਬ ਨੇ ਛੇਤੀ ਚਿੱਠੀ ਖੋਲ੍ਹੀ। ਚਿੱਠੀ ਨੂੰ ਪੜ੍ਹ ਕੇ ਕੁਝ ਉਦਾਸ ਹੋ ਗਏ। ਸਭ ਮਰਦਾਂ ਤੇ ਜਨਾਨੀਆਂ ਦੀਆਂ ਅੱਖਾਂ ਚੌਧਰੀ ਹੋਰਾਂ ਵੱਲ ਲੱਗੀਆਂ ਸੀ। ਕੀ ਗੱਲ ਕਹੀ ਚਿੱਠੀ ਆਈ ਏ? ਚੌਧਰੀ ਸਾਹਿਬ ਨੇ ਚਿੱਠੀ ਉੱਤਮ ਸਿੰਘ ਦੇ ਹੱਥ ਫੜਾਤੀ। ਸਿਰ ਨੀਵੀਂ ਕਰਕੇ ਪਿਛਾਂ ਘਰ ਵੱਲ ਤੁਰ ਪਏ। चिट्ठी उर्दू च लिखी सी। भाग ज़्यादा बीमार है, डॉक्टर सूबा सिंह साहब फरमाते हैं कि इसको मोर का बुखार है। मैं तो इस बात पर बज़िद था कि शादी की रस्म ज़रूर शुक्रवार को अदा की जाए, लेकिन कल रात से भाग पर बेहोशी तारी है, इसलिए मजबूरन आपको इतला दी जाती है कि कल रस्म शादी अदा नहीं हो सकती और बराए नवाजिश उसकी सेहत ठीक होने तक नई मुबारक तारीख का इंतज़ार करें। ये खबर सुन के सारे मेल च उदासी छा गई। अंग 41वां। कबीरे तन जाएगा सक्को तल्ले हो बहोर, नांगे पाओ ते गए जिनके लाख करोड़। सप डसन पिछों महात्मा जी की लत्त काफ़ी कमज़ोर हो चुकी सी। ਬਹੁਤਾ ਚੱਲ ਫਿਰ ਨਹੀਂ ਸੀ ਸਕਦੇ। ਜਦੋਂ ਅੰਮ੍ਰਿਤਸਰ ਆਏ ਤਾਂ ਉਹ ਮਸਾਂ ਹੀ ਆਪਣੇ ਸਰੀਰ ਦੀ ਕਿਰਿਆ ਸਾਧ ਸਕਦੇ ਸੀ। ਇੱਥੇ ਆ ਕੇ ਉਹਨਾਂ ਨੂੰ ਬੁਖਾਰ ਹੋ ਗਿਆ। ਬੁਖਾਰ ਵੀ ਡਾਢਾ ਚੜ੍ਹਿਆ ਜੋ 8ਵੇਂ ਦਿਨ ਉਤਰਿਆ। ਇਸ ਬੁਖਾਰ ਨੇ ਉਹਨਾਂ ਨੂੰ ਬਹੁਤ ਹੀ ਕਮਜ਼ੋਰ ਕਰ ਦਿੱਤਾ ਸੀ। ਮਹਾਤਮਾ ਜੀ ਸੇਠ ਗੋਬਿੰਦ ਦਾਸ ਦੀ ਧਰਮਸ਼ਾਲਾ 'ਚ ਬਿਸਤਰੇ 'ਤੇ ਲੇਟੇ ਸਨ। ਰਾਤ ਦੇ 2 ਵਜੇ ਦਾ ਵਕਤ ਸੀ। ਉਹਨਾਂ ਨੂੰ ਪਿਆਸ ਲੱਗੀ। ਜੀ ਕਰੇ ਉੱਠ ਕੇ ਆਪ ਪਾਣੀ ਪੀਣ, ਪਰ ਸਰੀਰ ਇੰਨਾ ਕਮਜ਼ੋਰ ਹੋ ਚੁੱਕਾ ਸੀ ਕਿ ਬਗੈਰ ਸਹਾਰੇ ਦੇ ਉੱਠ ਕੇ ਬਹਿਣਾ ਵੀ ਅਸੰਭਵ ਸੀ। ਮਹਾਤਮਾ ਜੀ ਲੱਗੇ ਆਪਣੇ ਸਰੀਰ ਵੱਲ ਵੇਖਣ। ਹੌਕਾ ਭਰ ਕੇ ਕਹਿਣ ਲੱਗੇ, ਇਹ ਉਹੀ ਬਾਹਾਂ ਨੇ ਜਿਹੜੀਆਂ 2.5 ਮਣ ਦੇ ਮੁਗਦਰ ਦੇ ਕਈ ਬਾਲੇ ਕੱਢਦੀਆਂ ਸੀ, ਅਤੇ ਇਹ ਉਹੀ ਲੱਤਾਂ ਨੇ ਜਿਹੜੀਆਂ 10 ਮੀਲ ਦੌੜਨ 'ਤੇ ਵੀ ਨਹੀਂ ਸੀ ਥੱਕਦੀਆਂ। ਇਹੋ ਹੀ ਸਰੀਰ ਹੈ ਜਿਹੜਾ ਦੌੜ ਕੇ ਉੱਚੀਆਂ ਦਰਖਤਾਂ 'ਤੇ ਚੜ੍ਹਦਾ ਸੀ। ਕਿੱਧਰ ਗਈ ਉਹ ਜਵਾਨੀ, ਕਿੱਧਰ ਗਏ ਦਿਨ? ਸ਼ਬਾਬ ਆਇਆ ਹੈ
क्या मुझ पे बुढ़ापे की बहार आई, यूं ही गुलजार को देखा खिजान दीवाना वार आई। अच्छा, बहार लंघ गई, खिजा ने भी आना ही सी। बहार जिंदगी पे किस लिए भूला फिरे नादां, खिजा को याद रख जिसने निशान तेरा मिटाना है। ਹੁਣ ਇਹ ਨਿਸ਼ਾਨ ਮਿਟੇਗਾ, ਸਰੀਰ ਭਸਮ ਹੋ ਜਾਏਗਾ। ਕਿੱਥੇ ਗਏ ਮੇਰੇ ਉਹ ਸਾਥੀ ਜਿਨ੍ਹਾਂ ਨੂੰ ਮੈਂ ਨਿੱਕੀਆਂ ਨਿੱਕੀਆਂ ਬਾਹਾਂ ਨਾਲ ਗਲਵੱਕੜੀਆਂ ਪਾਉਂਦਾ ਸੀ? ਕਿੱਥੇ ਗਏ ਮੇਰੇ ਮਾਤਾ ਪਿਤਾ? ਕਿੱਥੇ ਗਈ ਦੇਵੀ? ओहो, सब संसार नाशवंत, ये दुनिया चंद रोज़ा है, यहाँ रहना नहीं दायम। जवां हो पीर हो ते फलक सब होने छोड़ जाना है। हे परमात्मा, तेरी कैसी लीला है, जे अंत ਨੂੰ ਤੂੰ ਮਾਰਨਾ ਹੀ ਹੈ ਤਾਂ ਪਹਿਲਾਂ ਤੂੰ ਪੈਦਾ ਕਿਉਂ ਕਰਦਾ ਹੈ? ਇਹ ਜੀਵਾਂ ਦੀਆਂ ਗੱਡੀਆਂ ਭਰੀਆਂ ਹੋਈਆਂ ਆਉਂਦੀਆਂ, ਕੁਝ ਚਿਰ ਇੱਥੇ ਠਹਿਰ ਕੇ ਮੁਲਕੇ ਆਦਮ ਨੂੰ ਰਵਾਨਾ ਹੋ ਜਾਂਦੀਆਂ। ਸਿਰਜਣਹਾਰ, ਇਹ ਤੇਰੀ ਕੀ ਖੇਡ ਹੈ? ਇੱਕ ਚਿੜੀ ਇੱਕ ਦਰਵਾਜ਼ਿਓਂ ਆਉਂਦੀ ਹੈ, ਪਲ ਕੁ ਠਹਿਰ ਕੇ ਦੂਜੇ ਦਰਵਾਜ਼ਿਓਂ ਨਿਕਲ ਕੇ ਫਿਰ ਹਨੇਰੇ 'ਚ ਲੋਪ ਹੋ ਜਾਂਦੀ ਹੈ। ਇਹੀ ਹਾਲ ਜੀਵ ਦਾ ਹੈ। ਇਹਨਾਂ ਮਨ ਦਿਆਂ ਵਹਿਣਾਂ 'ਚ ਮਹਾਤਮਾ ਜੀ ਕਿੰਨੀ ਦੇਰ ਰੁੜੇ ਰਹੇ। ਫਿਰ ਵਹਿਣ ਨੇ ਗੇੜ ਖਾਧਾ, ਆਖਣ ਲੱਗੇ, ਪਰਮਾਤਮਾ ਦੀ ਇਸ ਸ੍ਰਿਸ਼ਟੀ ਦਾ ਗਿਆਨ ਪਰਮਾਤਮਾ ਨੂੰ ਹੀ ਹੈ। ਇਸ ਸ੍ਰਿਸ਼ਟੀ ਮਨੁੱਖ ਦੇ ਗਿਆਨ ਗੋਚਰੀ ਨਹੀਂ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਾਹਾਂ। ਜੈ ਜੈ ਦੇਖਾਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਮਹਾਤਮਾ ਜੀ ਦੇ ਪੜ੍ਹਨ ਦੀ ਆਵਾਜ਼ ਸੁਣ ਕੇ ਭਾਈ ਰਾਮ ਸਿੰਘ ਜਾਗ ਪਿਆ, ਉੱਠਿਆ। ਮਹਾਤਮਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਉਹਨਾਂ ਦੇ ਕੋਲ ਖਲੋ ਗਿਆ। ਮਹਾਤਮਾ ਜੀ ਕਹਿਣ ਲੱਗੇ, ਭਾਈ ਰਾਮ ਸਿੰਘ, ਤਰੇ ਲੱਗੀ ਹੈ। ਭਾਈ ਰਾਮ ਸਿੰਘ ਨੇ ਮਹਾਤਮਾ ਜੀ ਨੂੰ ਪਾਣੀ ਪਿਲਾਇਆ, ਸੁਚੇਤ ਕਰਾਇਆ, ਪਿੰਡੇ 'ਤੇ ਗਿੱਲਾ ਤੌਲੀਆ ਮਾਰਿਆ, ਮੂੰਹ ਧੋਤਾ, ਤਕੀਏ ਹੇਠਾਂ ਕਰਕੇ ਸਿਰ ਨੂੰ ਜ਼ਰਾ ਉੱਚਾ ਕੀਤਾ। ਉਹਦੇ ਉਪਰੰਤ ਭਾਈ ਰਾਮ ਸਿੰਘ ਨੇ ਆਪ ਇਸ਼ਨਾਨ ਕੀਤਾ। ਸਤਾਰ ਨਾਲ ਮਹਾਤਮਾ ਜੀ ਨੇ ਹੇਠ ਲਿਖਿਆ ਸ਼ਬਦ ਗਾ ਕੇ ਸੁਣਾਇਆ। ਕਿਰਪਾ ਨਿਧ ਬਸੋ ਹਿਰਦੈ ਹਰ ਨੀਤ, ਤੈਸੀ ਬੁੱਧ ਕਰੋ ਪਰਗਾਸਾ, ਲਾਗੈ ਪ੍ਰਭ ਸੰਗ ਪ੍ਰੀਤ। ਭਾਈ ਰਾਮ ਸਿੰਘ ਜੀ ਡਾਢਾ ਰਸੀਲਾ ਕੀਰਤਨ ਕਰ ਰਹੇ ਸਨ। ਅੰਮ੍ਰਿਤ ਵੇਲੇ ਕੀਰਤਨ ਦੀ ਮਿੱਠੀ ਮਿੱਠੀ ਧੁਨੀ ਮਹਾਤਮਾ ਜੀ ਦੇ ਨਿਰਮਲ ਸਰੀਰ 'ਚ ਮਾਨੋ ਮੁੜ ਕੇ ਜਾਨ ਪਾ ਰਹੀ ਸੀ। ਥੋੜ੍ਹੇ ਚਿਰ ਪਿੱਛੋਂ ਰਾਧਾ ਗਰਮ ਦੁੱਧ ਲੈ ਕੇ ਆਈ। ਮਹਾਤਮਾ ਜੀ ਨੇ ਚੂਲੀ ਕਰਾ ਕੇ ਦੁੱਧ ਪਿਲਾਇਆ। ਦੁੱਧ ਪੀਣ ਪਿੱਛੋਂ ਮਹਾਤਮਾ ਜੀ ਨੇ ਕਿਹਾ, ਲੰਮੇ ਪੈ ਪੈ ਕੇ ਮੇਰੇ ਪਾਸੇ ਥੱਕ ਗਿਆ, ਮੈਨੂੰ ਕਿਸੇ ਤਰ੍ਹਾਂ ਘੜੀ ਕੁ ਵਾਸਤੇ ਬਿਠਾਓ। ਪਿੱਛੇ ਤਕੀਆ ਰੱਖ ਕੇ ਦੋਹਾਂ ਪਾਸਿਆਂ ਤੋਂ ਸਰਾਣੇ ਰੱਖ ਕੇ ਭਾਈ ਰਾਮ ਸਿੰਘ ਨੇ ਮਹਾਤਮਾ ਜੀ ਨੂੰ ਉਠਾਇਆ। ਸੇਠ ਗੋਬਿੰਦ ਦਾਸ ਦੇ 3-4 ਹੋਰ ਉਹਦੇ ਸ਼ਹਿਰੀ ਸੰਗੀ ਹਰ ਰੋਜ਼ ਸਵੇਰੇ ਮਹਾਤਮਾ ਜੀ ਦੇ ਦਰਸ਼ਨ ਕਰਨ ਆਉਂਦੇ ਸੀ। ਜਦ ਆਏ ਤਾਂ ਮਹਾਤਮਾ ਜੀ ਨੂੰ ਬੈਠਿਆਂ ਵੇਖ ਕੇ ਪ੍ਰਸੰਨ ਹੋਏ ਅਤੇ ਕਹਿਣ ਲੱਗੇ, ਮਹਾਤਮਾ ਜੀ, ਹੁਣ ਤਾਂ ਤੁਸੀਂ ਤਕੜੇ ਹੋ ਗਏ, ਪਰਮਾਤਮਾ ਦੀ ਮਿਹਰ ਹੈ। ਮਹਾਤਮਾ ਜੀ, ਆਪਦਾ ਸਰੀਰ ਹੁਣ ਤਕਲੀਫਾਂ ਝੱਲਣ ਜੋਗਾ ਨਹੀਂ, ਜੀਵਨ ਦਾ ਬਾਕੀ ਹਿੱਸਾ ਤੁਸੀਂ ਇੱਥੇ ਹੀ ਗੁਜ਼ਾਰੋ। ਮਹਾਤਮਾ ਜੀ ਮੁਸਕਰਾ ਕੇ ਕਹਿਣ ਲੱਗੇ, ਅੱਛਾ ਦੇਖੋ, ਜੇ ਉਹਦੀ ਰਜ਼ਾ, ਪਰ ਸਰੀਰ ਦੀ ਖੁਰਾਕ ਤਾਂ ਸੇਵਾ ਹੈ। ਜੇ ਸਰੀਰ ਸੇਵਾ ਕਰਨੋਂ ਰਹਿ ਗਿਆ ਤਾਂ ਇਹਦੇ ਜੀਵਨ ਦਾ ਕੀ ਲਾਭ? ਆਪ ਤਾਂ ਕੇਵਲ ਬੈਠੇ ਰਹਿਣਾ ਹੀ ਬੜੀ ਸੇਵਾ ਹੈ। ਆਪ ਦਾ ਸਾਇਆ ਪੈਣ ਨਾਲ ਹੀ ਅੰਮ੍ਰਿਤਸਰ ਦੀ ਕਾਇਆ ਪਲਟਣੀ ਸ਼ੁਰੂ ਹੋ ਗਈ ਹੈ। ਆਪ ਸਿਰਫ ਇਹ ਪ੍ਰਣ ਕਰੋ ਕਿ ਬਾਕੀ ਜ਼ਿੰਦਗੀ ਇੱਥੇ ਗੁਜ਼ਾਰੋਗੇ। ਸਮਾਨ 100 ਬਰਸ ਕਾ, ਕੱਲ ਕੀ ਖਬਰ ਨਹੀਂ। ਸੇਠ ਜੀ, ਇਹ ਭਾਂਡਾ ਤਾਂ ਹੁਣ ਭੱਜਣ ਵਾਲਾ ਹੈ। ਭਾਈ ਰਾਮ ਸਿੰਘ, ਇਹ ਖੇਚਲ ਕਰੋਗੇ? ਦਾਸ ਹਾਜ਼ਰ ਹੈ, ਹੁਕਮ ਕਰੋ। ਮੈਨੂੰ ਗੁੱਜਰ ਖਾਨ ਦੇ ਲਾਗੇ ਇੱਕ ਸ਼ਹਿਰ ਸੁੱਖੋ ਹੈ, ਉੱਥੇ ਲੈ ਚਲੋ। ਭਾਈ ਰਾਮ ਸਿੰਘ ਤਾਂ ਮਹਾਤਮਾ ਜੀ ਦਾ ਮੁੱਲ ਖਰੀਦ ਗੋਲਾ ਬਣਿਆ ਸੀ। ਮਹਾਤਮਾ ਜੀ ਨੂੰ ਨਾਲ ਲੈ ਕੇ ਗੱਡੀ 'ਤੇ ਚੜ੍ਹਿਆ। ਸਵੇਰੇ ਗੁੱਜਰ ਖਾਂ ਜਾ ਪਹੁੰਚੇ। ਉੱਥੋਂ ਮੰਦਰਾਂ ਪਾਉਣ ਲਾਈਨ ਨਹੀਂ ਸੀ ਬਣੀ ਅਤੇ ਸੁੱਖੋ ਜਾਣ ਵਾਲੇ ਲੋਕ ਗੁੱਜਰ ਖਾਂ ਉਤਰ ਕੇ ਵਹਿਤਰਾਂ 'ਤੇ ਜਾਇਆ ਕਰਦੇ ਸਨ। ਮਹਾਤਮਾ ਜੀ ਕਮਜ਼ੋਰ ਸੀ, ਇਕੱਲੇ ਘੋੜੇ 'ਤੇ ਵੀ ਨਹੀਂ ਸੀ ਬਹਿ ਸਕਦੇ। ਭਾਈ ਰਾਮ ਸਿੰਘ ਨੇ ਭਾੜਾ ਕੀਤਾ, ਜਿੱਥੇ ਪਿੱਛੇ ਆਪ ਬੈਠਾ, ਅੱਗੇ ਮਹਾਤਮਾ ਜੀ ਨੂੰ ਬਿਠਾਇਆ। 4 ਵਜੇ ਦੇ ਕਰੀਬ ਸੁੱਖੋ ਪਹੁੰਚ ਗਏ। ਸਿੰਘਾਂ ਵਾਲੇ ਸਰ ਦੇ ਕੋਲ ਇੱਕ ਮੰਦਰ ਸੀ, ਬਹਾਰ ਵੀ ਖੁੱਲ੍ਹੀ ਸੀ, ਉੱਥੇ ਹੀ ਉਹਨਾਂ ਡੇਰਾ ਲਾ ਦਿੱਤਾ। ਰਾਤ ਬੀਤੀ। ਸਵੇਰੇ ਅੰਮ੍ਰਿਤ ਵੇਲੇ ਉੱਠੇ। ਮਹਾਤਮਾ ਜੀ ਜੰਗਲ ਪਾਣੀ ਹੋਣ ਲਈ ਜ਼ਰਾ ਬਾਹਰ ਗਏ। ਭਾਈ ਰਾਮ ਸਿੰਘ ਵੀ ਨਾਲ ਸੀ। ਜੰਗਲ ਹੋ ਕੇ 2-4 ਕਦਮ ਹੀ ਤੁਰੇ ਹੋਣਗੇ, ਅੱਖਾਂ ਅੱਗੇ ਹਨੇਰਾ ਆ ਗਿਆ, ਡਿੱਗ ਪਏ। ਭਾਈ ਰਾਮ ਸਿੰਘ ਲਾਗੇ ਹੀ ਸੀ, ਵੇਖ ਕੇ ਦੌੜਿਆ, ਮਹਾਤਮਾ ਜੀ ਨੂੰ ਚੁੱਕ ਕੇ ਮੰਦਰ 'ਚ ਲੈ ਆਇਆ। ਉੱਥੇ ਜਾ ਕੇ ਹੱਥ ਮੂੰਹ ਧੁਆਇਆ, ਥੋੜ੍ਹਾ ਜਿਹਾ ਪਾਣੀ ਪਿਲਾਇਆ। ਕਹਿਣ ਲੱਗੇ, ਮਹਾਤਮਾ ਜੀ, ਤੁਸੀਂ ਇੱਥੇ ਬੈਠੋ, ਮੈਂ ਭੱਜ ਕੇ ਦੁੱਧ ਲੈ ਆਵਾਂ। ਮਹਾਤਮਾ ਜੀ ਕਹਿਣ ਲੱਗੇ, ਨਹੀਂ ਭਾਈ ਰਾਮ ਸਿੰਘ, ਹੁਣ ਵਕਤ ਤੰਗ ਹੈ, ਮੈਨੂੰ ਪਿੱਠ 'ਤੇ ਚੁੱਕੋ ਅਤੇ ਜਿੰਨੀ ਛੇਤੀ ਹੋ ਸਕਦਾ ਕਰਨਾਲੀ ਵੱਲ ਤੁਰੋ। ਕਰਨਾਲੀ ਤੋਂ ਆਪਦੀ ਕੀ ਮੁਰਾਦ? ਕਰਨਾਲੀ ਇੱਕ ਪਿੰਡ ਦਾ ਨਾਂ ਹੈ, ਇੱਥੋਂ 1 ਮੀਲ ਕੁ ਵਾਟ 'ਤੇ ਹੈ। ਮੈਨੂੰ ਤਾਂ ਰਾਹ ਦਾ ਨਹੀਂ ਪਤਾ। ਭਾਈ ਰਾਮ ਸਿੰਘ, ਦੇਰ ਨਾ ਕਰੋ, ਚਲੋ ਰਾਹ ਮੈਂ ਦੱਸਦਾ ਚੱਲਾਂਗਾ। ਅੰਗ 42ਵਾਂ। ਕਹਿ ਕਬੀਰ ਸੰਸਾ ਭਰਮ ਚੂਕੋ, ਧਰੂ ਪ੍ਰਹਿਲਾਦ ਨਿਵਾਜਾ। ਪੰਜਾਬ 'ਚ ਲੋਕੀ ਧੀਆਂ ਲੜਕਿਆਂ ਨਾਲ ਨਹੀਂ, ਦੌਲਤ ਨਾਲ ਵਿਆਹੁੰਦੇ ਆ। ਅਮੀਰ ਭਾਵੇਂ ਬੁੱਢਾ ਠੀਕਰ ਹੋਵੇ, ਭਾਵੇਂ ਲੂਲਾ ਲੰਗੜਾ ਹੋਵੇ, ਉਹਨੂੰ ਰਿਸ਼ਤਿਆਂ ਦੀ ਕੋਈ ਥੋੜ੍ਹ ਨਹੀਂ। ਪਰ ਗਰੀਬ ਕਿੰਨਾ ਹੀ ਸੋਹਣਾ ਜਵਾਨ ਹੋਵੇ, ਕਿੰਨਾ ਹੀ ਅਖਲਾਕ ਵਾਲਾ ਹੋਵੇ, ਉਹਨੂੰ ਰਿਸ਼ਤੇ ਦੇਣੋਂ ਲੋਕੀ ਸੰਕੋਚ ਕਰਦੇ ਆ। ਚੌਧਰੀ ਰਾਮ ਸਿੰਘ ਦੇ ਘਰ ਲੱਛਮੀ ਦੀ ਗਹਿਮਾ ਗਹਿਮ ਸੀ।
ਚੌਧਰੀ ਹਰੀ ਚੰਦ ਜੀ ਕਰਨਾਲੀ ਪਹੁੰਚੇ। ਚੌਧਰੀ ਰਾਮ ਸਿੰਘ ਨੂੰ ਕਹਿਣ ਲੱਗੇ, ਮੈਂ ਬਦਕਿਸਮਤ ਹਾਂ ਕਿ ਮੇਰੀ ਲੜਕੀ ਗੁਜ਼ਰ ਗਈ ਹੈ, ਪਰ ਸੰਤੋਖ ਤਾਂ ਮੇਰਾ ਹੋ ਚੁੱਕਾ ਹੈ। ਮੈਂ ਆਪਣੇ ਸਾਲੇ ਦੀ ਲੜਕੀ ਨਾਲ ਇਹਦਾ ਰਿਸ਼ਤਾ ਕਰਨਾ ਚਾਹੁੰਦਾ। ਚੌਧਰੀ ਰਾਮ ਸਿੰਘ ਹੋਰੀ ਕਹਿਣ ਲੱਗੇ, ਚੌਧਰੀ ਜੀ ਮੈਂ ਤੁਹਾਡੀ ਕਦੀ ਕੋਈ ਗੱਲ ਜ਼ਿੰਦਗੀ 'ਚ ਨਹੀਂ ਮੋੜੀ, ਪਰ ਇਹ ਗੱਲ ਕੁਝ ਮੁਸ਼ਕਿਲ ਹੈ ਕਿਉਂਕਿ ਮੈਂ ਅੱਗੇ ਵਚਨ ਦੇ ਚੁੱਕਾ। ਤੁਹਾਡਾ ਮਤਲਬ ਇਹ ਹੈ ਕਿ ਤੁਸੀਂ ਸੰਤੋਖ ਦਾ ਰਿਸ਼ਤਾ ਕਰ ਚੁੱਕੇ ਹੋ? ਨਹੀਂ, ਰਿਸ਼ਤਾ ਤਾਂ ਨਹੀਂ ਕਰ ਚੁੱਕਾ, ਪਰ ਗਿਆਨ ਨੂੰ ਵਚਨ ਦੇ ਚੁੱਕਾ ਕਿ ਉਹ ਆਪਣੇ ਵੀਰ ਦਾ ਰਿਸ਼ਤਾ ਆਪ ਕਰੇ। ਲੜਕੀ ਦਾ ਕੀ ਹੈ, ਕਰਨਾ ਤਾਂ ਸਭ ਕੁਝ ਤੁਸਾਂ ਹੀ ਹੈ। ਨਹੀਂ ਚੌਧਰੀ ਜੀ, ਤੁਸੀਂ ਗਿਆਨ ਨੂੰ ਸ਼ਾਇਦ ਨਹੀਂ ਜਾਣਦੇ ਹੋ, ਮੇਰੇ ਨਾਲੋਂ ਵੀ ਜ਼ਿਆਦਾ ਸਿਆਣੀ ਅਤੇ ਵਿਚਾਰਵਾਨ ਹੈ। ਨਾਲੇ ਉਹਦਾ ਖਿਆਲ ਇੱਕ ਪਾਸੇ ਬਣਿਆ ਹੋਇਆ ਹੈ, ਸਿਰਫ ਉਹ ਉੱਤਮ ਸਿੰਘ ਨਾਲ ਸਲਾਹ ਕਰਨਾ ਚਾਹੁੰਦੀ ਹੈ। ਸਮਾਂ ਬੀਤਿਆ, ਹਫ਼ਤੇ, ਮਹੀਨੇ ਅਤੇ ਸਾਲ ਅੱਖ ਦੇ ਫੋਰ 'ਚ ਲੰਘ ਗਏ। ਸੰਤੋਖ ਸਿੰਘ ਦੀ ਸ਼ਾਦੀ ਬੀਬੀ ਜਸਵੰਤ ਕੌਰ ਨਾਲ ਹੋ ਗਈ। ਚੌਧਰੀ ਰਾਮ ਸਿੰਘ ਦਾ ਇਕਲੌਤਾ ਲੜਕਾ ਸੀ। ਉਹਨੇ ਵਿਆਹ ਬੜੀ ਧੂਮਧਾਮ ਨਾਲ ਕੀਤਾ। ਵਾਜੇ ਵੱਜੇ, ਆਤਿਸ਼ਬਾਜ਼ੀ ਚੱਲੀ, ਡਰਾਮੇ ਤਮਾਸ਼ੇ ਹੋਏ, ਦਿਲ ਖੋਲ੍ਹ ਕੇ ਖਰਚ ਕੀਤਾ। ਭਗਤ ਜੀ ਦਾ ਆਪਣੀ ਬੱਚੀ ਨਾਲ ਅਤਿਅੰਤ ਮੋਹ ਸੀ। ਕੇਵਲ ਮੋਹ ਹੀ ਨਹੀਂ ਬਲਕਿ ਡੂੰਘੀ ਸ਼ਰਧਾ ਵੀ ਸੀ। ਧੀਆਂ ਪਰਾਇਆ ਧਨ ਹੈ, ਇਸ ਲਈ ਮਾਪੇ ਵਿਚਾਰੇ ਪਾਲ ਪੋਸ ਕੇ ਵੱਡਿਆਂ ਕਰਕੇ ਦੂਜਿਆਂ ਦੇ ਹਵਾਲੇ ਕਰ ਦਿੰਦੇ ਆ। ਅਤੇ ਭਗਤ ਸਿੰਘ ਨੇ ਜਸਵੰਤ ਨੂੰ ਡੋਲੀ 'ਚ ਪਾਇਆ ਅਤੇ ਜੋ ਅਵਸਥਾ ਉਸ ਵੇਲੇ ਉਹਨਾਂ ਦੇ ਮਨ ਦੀ ਸੀ ਉਹ ਅਨੁਭਵ ਹੋ ਹੀ ਸਕਦੀ ਸੀ, ਬਿਆਨ ਨਹੀਂ ਸੀ ਹੋ ਸਕਦੀ। ਜਸਵੰਤ ਦਾ ਸੁਭਾਅ ਬਚਪਨ ਤੋਂ ਇਹ ਸੀ ਕਿ ਹਰ ਵਕਤ ਹਸੂ ਕਰਦੀ ਰਹਿੰਦੀ। ਮਾਤਾ ਦ੍ਰੋਪਦੀ ਅਤੇ ਚੌਧਰੀ ਸਾਹਿਬ ਉਸ ਨਾਲ ਬਹੁਤ ਪਿਆਰ ਕਰਦੇ ਸੀ। ਘਰ 'ਚ ਉਹਦਾ ਪੀਰਾਂ ਵਾਂਗ ਆਦਰ-ਮਾਣ ਸ਼ੁਰੂ ਹੋ ਗਿਆ। ਚੌਧਰੀ ਰਾਮ ਸਿੰਘ ਤੋਂ ਜਸਵੰਤ ਨੇ ਪਰਦਾ ਲਾ ਦਿੱਤਾ। ਉਹਨਾਂ ਨੂੰ ਪਿਤਾ ਕਰਕੇ ਬੁਲਾਉਂਦੀ। ਜਦ ਜਸਵੰਤ ਦੇ ਸਹੁਰੇ ਜਾਣਾ ਤਾਂ ਬੀਬੀ ਗਿਆਨ ਕੌਰ ਨੇ ਵੀ ਉਸ ਨਾਲ ਪੇਕੇ ਚਲੀ ਜਾਣਾ। ਇਹਨਾਂ ਦੋਹਾਂ ਦੀ ਤਾਂ ਸੱਚਮੁੱਚ ਪ੍ਰੇਮ ਦੀ ਇੱਕ ਜੋੜੀ ਬਣੀ ਸੀ। ਖੁਸ਼ੀਆਂ, ਆਨੰਦ, ਪਿਆਰ, ਠੰਡ, ਸ਼ਾਂਤੀ, ਪਰਸਪਰ ਪ੍ਰੇਮ ਤੇ ਘਰ ਨੂੰ ਸੱਚਮੁੱਚ ਬਹਿਸ਼ਤ ਬਣਾ ਦਿੱਤਾ ਸੀ। ਪਰ ਉਂਝ ਸ਼ਾਦੀ ਦੇ ਜਸਵੰਤ ਤੋਂ ਵਿਛੜਨ ਦਾ ਤਾਂ ਬੜਾ ਦੁੱਖ ਸੀ, ਪਰ ਇਸ ਸ਼ਾਦੀ ਤੋਂ ਬਹੁਤ ਪ੍ਰਸੰਨ ਸੀ। ਇੱਕ ਮਾਤਾ ਉੱਤਮ ਦੇਈ ਸੀ ਜਿਹੜੀ ਹਰ ਵੇਲੇ ਸੜੂ ਕਰਦੀ ਰਹਿੰਦੀ। ਜਸਵੰਤ ਨਾਲ ਉਹਦਾ ਪਿਆਰ ਜ਼ਰੂਰ ਸੀ, ਪਰ ਉਹਦੀਆਂ ਵੀ ਗੱਲਾਂ ਵੇਖ ਕੇ ਕ੍ਰੋਧਵਾਨ ਹੁੰਦੀ ਰਹਿੰਦੀ। ਸੰਤੋਖ ਸਿੰਘ ਬੜਾ ਸੋਹਣਾ ਸਡੌਲ 6 ਫੁੱਟਾ ਜਵਾਨ ਨਿਕਲਿਆ। ਗੋਰਾ ਰੰਗ, ਪਤਲਾ ਸਰੀਰ, ਸਰੂ ਵਰਗਾ ਕੱਦ, ਮੱਸ ਉਹਦੀ ਫੁੱਟ ਰਹੀ ਸੀ। ਉਹਨੂੰ ਵੇਖ ਕੇ ਤਾਂ ਰਾਂਝੇ ਦੀ ਤਸਵੀਰ ਸਾਹਮਣੇ ਆ ਜਾਂਦੀ ਸੀ। ਵਿਆਹ ਹੋਇਆ 1.25 ਸਾਲ ਹੋਇਆ ਹੋਏਗਾ ਕਿ ਸੰਤੋਖ ਦਾ ਸਿਰ ਦੁਖਣਾ ਸ਼ੁਰੂ ਹੋਇਆ। ਸਿਰ ਅਜਿਹਾ ਦੁਖਿਆ ਹਟੇ ਹੀ ਨਾ। ਦਿਨ ਗੁਜ਼ਰੇ, ਹਫ਼ਤੇ ਗੁਜ਼ਰੇ, ਮਹੀਨੇ ਗੁਜ਼ਰੇ, ਬੜਾ ਇਲਾਜ ਕਰਾਇਆ। ਕੋਈ ਹਕੀਮ ਐਸਾ ਨਹੀਂ ਜਿੱਥੋਂ ਇਲਾਜ ਨਾ ਕਰਾਇਆ ਹੋਵੇ, ਕੋਈ ਡਾਕਟਰ ਐਸਾ ਨਹੀਂ ਸੀ ਜਿਹਦੇ ਦਰ 'ਤੇ ਨਾ ਆਪਣੇ ਹੋਣ। ਸਿਵਲ ਸਰਜਨ ਰਾਵਲਪਿੰਡੀ ਨੂੰ ਦਿਖਾਇਆ, ਮਹੀਨਾ ਕੁ ਮਿਓ ਹਸਪਤਾਲ ਲਾਹੌਰ 'ਚ ਵੀ ਰੱਖਿਆ, ਪਰ ਮਰਜ਼ ਬੜਤਾ ਹੀ ਗਿਆ ਯੂੰ ਦਵਾ ਕੀ। ਕੁਝ ਪਤਾ ਹੀ ਨਾ ਲੱਗਾ, ਕਿਸੇ ਨੂੰ ਕੁਝ ਸਮਝ ਹੀ ਨਾ ਆਵੇ। ਚੌਧਰੀ ਦੇ ਭਤੀਜੇ ਲੱਗੇ ਖੁਸ਼ ਹੋਣ ਅਤੇ ਕਈ ਕਿਸਮ ਦੀਆਂ ਗੱਲਾਂ ਕਰਨ। ਸੰਤੋਖ ਨੇ ਤਾਂ ਕਮਜ਼ੋਰ ਹੋਣਾ ਹੀ ਸੀ। ਚੌਧਰੀ ਸਾਹਿਬ ਉਸ ਨਾਲੋਂ ਵੀ ਜ਼ਿਆਦਾ ਕਮਜ਼ੋਰ ਹੋ ਗਏ। ਖੁਰਾਕ ਘਟ ਗਈ, ਚਿਹਰਾ ਹਰ ਵਕਤ ਚਿੰਤਾ ਬਣ ਰਿਹਾ ਕਰੇ। ਮਾਤਾ ਦ੍ਰੋਪਦੀ ਦਾ ਜੋ ਹਾਲ ਸੀ ਉਹ ਹੀ ਅਨੁਭਵ ਕਰ ਸਕਦੀ ਸੀ, ਜਿਹਦਾ ਇਕਲੌਤਾ ਪੁੱਤਰ ਸੁੱਖ ਕੇ ਵੱਡੀ ਉਮਰ 'ਚ ਲਿਆ ਹੋਵੇ ਅਤੇ ਅੱਖਾਂ ਦੇ ਸਾਹਮਣੇ ਦਿਨ ਬ ਦਿਨ ਕਮਜ਼ੋਰ ਹੋ ਰਿਹਾ ਹੋਵੇ। ਉਹ ਹੁਲਾਸ ਅਤੇ ਉਹ ਖੁਸ਼ੀਆਂ ਜੋ ਸਾਲ ਪਹਿਲਾਂ ਇਸ ਘਰ 'ਚ ਸੀ, ਸਭ ਕਾਫੂਰ ਹੋ ਗਈਆਂ। ਗਿਆਨ ਕੌਰ ਵੀ ਕਈ ਵਾਰੀ ਇਕੱਲੀ ਬੈਠੀ ਰੋਣ ਲੱਗ ਪੈਂਦੀ ਸੀ। ਸਾਰੇ ਘਰ 'ਚ ਇੱਕ ਜਸਵੰਤ ਹੀ ਸੀ ਜਿਹੜੀ ਸਦਾ ਗਦ ਰਵੇ, ਹੰਸੂ ਕਰਦੀ ਰਵੇ ਅਤੇ ਮਾਤਾ ਪਿਤਾ ਭੈਣ ਸਾਰਿਆਂ ਨੂੰ ਤਸੱਲੀਆਂ ਦਿੰਦੀ ਰਹੇ। ਆਖੇ ਫਿਕਰ ਨਾ ਕਰੋ, ਪਰਮਾਤਮਾ ਭਲੀ ਕਰੇਗਾ। ਸਾਰਿਆਂ ਘਰ ਵਾਲਿਆਂ ਨੂੰ ਅਤੇ ਖਾਸ ਕਰਕੇ ਗਿਆਨ ਕੌਰ ਨੂੰ ਜਸਵੰਤ ਕੌਰ 'ਤੇ ਬਹੁਤ ਸਿਦਕ ਸੀ। ਸਿਰ ਦਰਦ ਵੱਧਦਾ ਗਿਆ। ਇੱਕ ਦਿਨ ਇੰਨਾ ਹੋਇਆ ਕਿ ਸੰਤੋਖ ਬੇਹੋਸ਼ ਹੋ ਗਿਆ। ਵੇਖ ਕੇ ਮਾਤਾ ਦ੍ਰੋਪਦੀ ਨੂੰ ਵੀ ਗਸ਼ ਪੈ ਗਈ। ਚੌਧਰੀ ਸਾਹਿਬ ਉਸ ਵੇਲੇ ਘਰ ਨਹੀਂ ਸੀ। ਮੁਨਸ਼ੀ ਉਸੇ ਵਕਤ ਭੱਜਾ ਸੁੱਖ ਹੋ ਗਿਆ, ਡਾਕਟਰ ਨੂੰ ਬੁਲਾ ਲਿਆ। ਡਾਕਟਰ ਸਾਹਿਬ ਦੇ ਟੀਕਾ ਕਰਨ ਨਾਲ ਸੰਤੋਖ ਨੂੰ ਹੋਸ਼ ਤਾਂ ਆ ਗਈ। ਕੁਝ ਘੰਟੇ ਆਰਾਮ ਵੀ ਰਿਹਾ, ਪਰ ਫਿਰ ਉਹੀ ਸਿਰ ਦਰਦ। ਆਖਰ ਇੱਕ ਦਿਨ ਤੇ ਸਾਰੀ ਰਾਤ ਇੰਨਾ ਦਰਦ ਹੋਇਆ ਕਿ 1 ਮਿੰਟ ਵੀ ਨੀਂਦਰ ਨਾ ਪਈ। ਡਾਕਟਰ ਸਾਹਿਬ ਵੀ ਬੁਲਾਏ ਗਏ, ਟੀਕੇ ਵੀ ਹੋਏ, ਪਰ ਕੋਈ ਦਵਾ ਕਾਰਗਰ ਨਾ ਹੋਈ। ਡਾਕਟਰ ਸਾਹਿਬ ਮਾਯੂਸ ਹੋ ਕੇ ਚਲੇ ਗਏ। ਆਖਣ ਲੱਗੇ, ਮੇਰੀ ਹੁਣ ਕੋਈ ਵਾਹ ਨਹੀਂ, ਵਧੀ ਹੋਈ ਦਾ ਦਾਰੂ ਹੁੰਦਾ, ਘਟੀ ਦਾ ਕੋਈ ਦਾਰੂ ਨਹੀਂ। ਸੰਤੋਖ ਬੇਹੋਸ਼ ਹੋ ਗਿਆ। ਅੰਮ੍ਰਿਤ ਵੇਲੇ 6 ਵਜੇ ਦੇ ਕਰੀਬ ਹੱਥ ਪੈਰ ਠੰਡੇ ਹੋ ਗਏ, ਨਬਜ਼ ਬੰਦ ਹੋ ਗਈ। ਆਂਢੀ ਗੁਆਂਢੀ ਜਿਹੜੇ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਉਹਨੂੰ ਮੰਜੇ ਤੋਂ ਚੁੱਕ ਕੇ ਭਾਵੇਂ ਭੁੰਜੇ ਲਾਤਾ। ਚੌਧਰੀ ਸਾਹਿਬ ਨੂੰ ਗਸ਼ ਪੈ ਰਹੀ ਸੀ। ਮਾਤਾ ਦ੍ਰੋਪਦੀ ਨੇ ਰੋਣਾ ਪਿੱਟਣਾ ਸ਼ੁਰੂ ਕਰਤਾ। ਨੂੰਹ ਦੇ ਕੋਲ ਜਾ ਕੇ ਉਹਦੇ ਮੂੰਹ 'ਤੇ ਦੋਵੇਂ ਹੱਥ ਮਾਰ ਕੇ ਕਹਿਣ ਲੱਗੀ, ਤੱਤੀਏ ਭੜੱਤੀਏ, ਕਿੱਥੇ ਤੇਰਾ ਪਰਮਾਤਮਾ ਡਾਇਣੇ, ਤੂੰ ਤਾਂ ਮੇਰਾ ਪੁੱਤਰ ਖਾ ਲਿਆ। ਜੀਵਨ 'ਚ ਪਹਿਲੀ ਵਾਰ ਸੀ ਜਸਵੰਤ ਦਾ ਸਿਦਕ ਡੋਲਿਆ। ਘਬਰਾ ਗਈ, ਰੋ ਪਈ। ਦੋਵੇਂ ਬਾਹਾਂ ਅਸਮਾਨ ਵੱਲ ਕਰਕੇ ਰੋਂਦੀ ਉੱਚੀ ਪੁਕਾਰਨ ਲੱਗ ਪਈ। 3 ਵਾਰ ਉਹਨੇ ਕਿਹਾ, ਹੇ ਗੁਰੂ ਬੋੜ। ਅੱਖਾਂ ਹੇਠਾਂ ਕਰਕੇ ਕੀ ਵੇਖਦੀ ਹੈ। ਇੱਕ ਸਾਧੂ ਬੜਾ ਬਿਰਧ ਤੇ ਕਮਜ਼ੋਰ ਦੂਜੇ ਸਾਧੂ ਦੇ ਕੰਧਾੜਿਓਂ ਉਤਰ ਕੇ ਸੰਤੋਖ ਦੇ ਕੋਲ ਬੈਠ ਗਿਆ। ਸਾਧੂ ਨੇ ਪਹਿਲਾਂ ਸੰਤੋਖ ਦੀ ਨਬਜ਼ ਵੇਖੀ, ਸਿਰ ਮਾਰਿਆ, ਫਿਰ ਦਿਲ 'ਤੇ ਹੱਥ ਰੱਖਿਆ, ਮੁਸਕਰਾਇਆ।
ਇਹਦੇ ਉਪਰੰਤ ਉਹਨੇ ਆਪਣੀ ਜੇਬ 'ਚੋਂ ਇੱਕ ਦਵਾਈ ਦਾ ਬਿੱਲ ਕੱਢਿਆ। ਦਵਾਈ ਦਾ ਇੱਕ ਕੱਖ ਭਰ ਕੇ ਸੰਤੋਖ ਦੇ ਮੂੰਹ 'ਚ ਪਾ ਦਿੱਤਾ। ਗਿਆਨ ਕੌਰ ਵੱਲ ਮੂੰਹ ਕਰਕੇ, ਜਿਹੜੀ ਆਪਣੇ ਵੀਰ ਦੇ ਸਿਰਹਾਣੇ ਬੈਠੀ ਸੀ, ਕਹਿਣ ਲੱਗਾ, ਚਮਚੇ ਨਾਲ ਇਹਦੇ ਮੂੰਹ 'ਚ ਪਾਣੀ ਪਾਓ। ਸਾਧੂ ਸੰਤੋਖ ਦੀ ਬਾਂਹ ਹੱਥ ਫੜ ਕੇ ਨਬਜ਼ 'ਤੇ ਹੱਥ ਰੱਖ ਕੇ ਕਿੰਨਾ ਚਿਰ ਬੈਠਾ ਰਿਹਾ। ਨਬਜ਼ ਮੁੜੀ, ਚਿਹਰੇ ਦਾ ਰੰਗ ਬਦਲਿਆ। ਸਾਧੂ ਨੇ ਕਿਹਾ, ਇਹਨੂੰ ਮੰਜੇ 'ਤੇ ਲਟਾਓ, ਇਹਦੇ ਮੂੰਹ 'ਚ ਗਰਮ ਦੁੱਧ ਦੇ 2-4 ਚਮਚੇ ਪਾਓ। ਨਾਲ ਹੀ ਕਿਹਾ, ਅੱਧ ਪਾ ਖਾਲਸ ਬਦਾਮ ਰੋਗਨ ਦੀ ਲੋੜ ਹੈ, ਕਿਸੇ ਥਾਂ ਤੋਂ ਲੈ ਆਓ। ਚੌਧਰੀ ਰਾਮ ਸਿੰਘ ਜੀ ਆਪ ਵੀ ਬਦਾਮ ਰੋਗਨ ਦਾ ਇਸਤੇਮਾਲ ਕਰਿਆ ਕਰਦੇ ਸੀ, ਇਸ ਲਈ ਉਹਨਾਂ ਬਦਾਮ ਰੋਗਨ ਕੱਢਣ ਲਈ ਘਰ 'ਚ ਛੋਟੀ ਜਿਹੀ ਕਹਾਣੀ ਲਾਈ ਹੋਈ ਸੀ। ਇਸ ਸਾਰੇ ਰੌਲੇ ਗੌਲੇ ਚੌਧਰੀ ਰਾਮ ਸਿੰਘ ਦੀ ਬੇਹੋਸ਼ੀ ਦਾ ਕਿਸੇ ਨੂੰ ਖਿਆਲ ਵੀ ਨਾ ਰਿਹਾ, ਅਤੇ ਜਦ ਸੰਤੋਖ ਦੇ ਮੂੰਹ 'ਚ ਗਰਮ ਦੁੱਧ ਪਾਇਆ ਗਿਆ ਅਤੇ ਚੌਧਰੀ ਸਾਹਿਬ ਵੱਲ ਖਿਆਲ ਕੀਤਾ, ਉਹ ਬੇਹੋਸ਼ ਦੂਜੇ ਮੰਜੇ 'ਤੇ ਪਏ ਸੀ। ਉਹਨਾਂ ਦੇ ਹੱਥ ਪੈਰ ਮਲੇ, ਮੂੰਹ 'ਚ ਦੁੱਧ ਪਾਇਆ। ਹੋਸ਼ ਆਉਂਦਿਆਂ ਚੌਧਰੀ ਦੇ ਮੂੰਹ 'ਚੋਂ ਇਹ ਲਫ਼ਜ਼ ਨਿਕਲੇ, ਸੰਤੋਖ, ਮੇਰਾ ਸੰਤੋਖ। ਗਿਆਨ ਕੌਰ ਨੇ ਉਹਨਾਂ ਦੇ ਕੰਨ 'ਚ ਕਿਹਾ, ਹੌਸਲਾ ਕਰੋ, ਸੰਤੋਖ ਰਾਜ਼ੀ ਹੈ। ਸੁਣਦਿਆਂ ਚੌਧਰੀ ਜੀ ਇੱਕਦਮ ਉੱਠ ਬੈਠੇ ਅਤੇ ਸੰਤੋਖ ਵੱਲ ਗਏ। ਉਹਦੇ ਮੂੰਹ 'ਤੇ ਮੂੰਹ ਰੱਖ ਕੇ ਕਹਿਣ ਲੱਗੇ, ਸੰਤੋਖ। ਸੰਤੋਖ ਦੀ ਅੱਖ ਖੁੱਲ੍ਹੀ। ਅੱਖ ਤਾਂ ਭਾਵੇਂ ਫਿਰ ਮਿਟੀ ਗਈ, ਪਰ ਚੌਧਰੀ ਸਾਹਿਬ ਨੂੰ ਕਾਫੀ ਹੌਸਲਾ ਹੋ ਗਿਆ। ਉਧਰ ਮਹਾਤਮਾ ਜੀ ਬੀਬੀ ਜਸਵੰਤ ਕੌਰ ਵੱਲ ਮੂੰਹ ਕਰਕੇ ਕਹਿੰਦੇ, ਅਸੀਂ ਬਈ ਕੋਈ ਹਕੀਮ ਨਹੀਂ, ਇਹ ਬਾਬਾ ਸੁਭਾਗ ਜੀ ਨੇ ਸਾਨੂੰ ਇੱਕ ਦਵਾਈ ਦਿੱਤੀ ਸੀ। ਪਰਮਾਤਮਾ ਨੇ ਇਸੇ ਲਈ ਦਿੱਤੀ ਹੋਏਗੀ ਕਿ ਇਸ ਵੇਲੇ ਕੰਮ ਆਵੇ। ਮਾਤਾ ਜੀ, ਅਸੀਂ ਤਾਂ ਤੁਹਾਡੇ ਹੁਕਮ ਦੇ ਬੱਦੇ ਇੱਥੇ ਆਏ ਹਾਂ। ਜਸਵੰਤ ਦਾ ਬੁਲਬੁਲੀ ਸੁਭਾਅ ਫਿਰ ਵਾਪਸ ਆ ਚੁੱਕਾ ਸੀ। ਹੱਸਦੀ ਹੱਸਦੀ ਕਹਿਣ ਲੱਗੇ, ਸੰਤ ਜੀ, ਮੈਂ ਤੁਹਾਡੀ ਮਾਤਾ ਹਾਂ ਕਿ ਬੱਚੀ? ਮਹਾਤਮਾ ਜੀ ਹੱਸ ਪਏ। ਜਸਵੰਤ ਕਹਿਣ ਲੱਗੀ, ਤੁਸੀਂ ਬੁੱਢੇ ਹੋ, ਮੈਂ ਲੜਕੀ, ਅਤੇ ਤੁਸੀਂ ਮੈਨੂੰ ਮਾਤਾ ਕਿਸ ਤਰ੍ਹਾਂ ਕਹਿੰਦੇ ਹੋ? ਮਹਾਤਮਾ ਜੀ ਗੰਭੀਰ ਹੋ ਕੇ ਕਹਿਣ ਲੱਗੇ, ਬੁੱਢਿਆਂ ਤੋਂ ਬੱਚੇ ਅਤੇ ਬੱਚਿਆਂ ਤੋਂ ਬੁੱਢੇ ਬਣਦੇ ਆ। ਦੇਵੀ, ਮੇਰਾ ਤੇ ਆਪ ਦਾ ਪੁਰਾਣਾ ਸੰਬੰਧ ਹੈ, ਇੱਕ ਡੂੰਘਾ ਨਵਾਂ ਸੰਬੰਧ ਛੇਤੀ ਸ਼ੁਰੂ ਹੋਣ ਵਾਲਾ ਹੈ। ਇਹ ਗੱਲਾਂ ਕਰਦੇ ਹੀ ਸੀ ਕਿ ਉੱਧਰੋਂ ਬਦਾਮ ਰੋਗਨ ਆ ਗਿਆ। ਮਹਾਤਮਾ ਜੀ ਨੇ ਸੰਤੋਖ ਨੂੰ ਬੁਲਾਇਆ, ਅੱਖਾਂ ਖੋਲ੍ਹੀਆਂ, ਫਿਰ ਦਵਾਈ ਦੀ ਦੂਜੀ ਖੁਰਾਕ ਉਹਨੂੰ ਅੱਧ ਪਾ ਬਦਾਮ ਰੋਗਨ ਨਾਲ ਦਿੱਤੀ। ਜਿਸ ਘਰ 'ਚ ਘੰਟਾ ਕੁ ਪਹਿਲਾਂ ਰੋਣਾ ਅਤੇ ਸੋਗ ਪਿਆ ਸੀ, ਉੱਥੇ ਫਿਰ ਖੁਸ਼ੀਆਂ ਅਤੇ ਮੇਲਾ ਸ਼ੁਰੂ ਹੋ ਗਿਆ। ਚੌਧਰੀ ਸਾਹਿਬ ਨੇ 500 ਰੁਪਇਆ ਆਪਣੇ ਪੁੱਤਰ ਦੇ ਸਿਰ ਤੋਂ ਵਾਰ ਕੇ ਮੁਨਸ਼ੀ ਨੂੰ ਦਿੱਤਾ, ਗਰੀਬਾਂ 'ਚ ਵੰਡ ਆਵੇ। ਜਦੋਂ ਸੰਤੋਖ ਰਾਜੀ ਹੋ ਕੇ ਬੈਠ ਗਿਆ ਤਾਂ ਮਹਾਤਮਾ ਜੀ ਕਹਿਣ ਲੱਗੇ, ਸਾਡਾ ਕੰਮ ਹੁਣ ਹੋ ਚੁੱਕਾ ਹੈ, ਸਾਨੂੰ ਛੁੱਟੀ ਦਿਓ। ਚੌਧਰੀ ਰਾਮ ਸਿੰਘ ਨੇ ਮਹਾਤਮਾ ਜੀ ਦੇ ਚਰਨ ਫੜ ਲਏ, ਕਹਿਣ ਲੱਗਾ, ਮੈਂ ਤੁਹਾਨੂੰ ਕਦਾਚਿਤ ਨਹੀਂ ਜਾਣ ਦਾਂਗਾ। ਮਹਾਤਮਾ ਜੀ ਹੱਸ ਕੇ ਕਹਿਣ ਲੱਗੇ, ਨਹੀਂ, ਹੁਣ ਨਹੀਂ ਇਹ ਬਿਮਾਰ ਹੁੰਦਾ। ਚੌਧਰੀ ਸਾਹਿਬ ਕਹਿਣ ਲੱਗੇ, ਇਹ ਦਵਾਈ ਤਾਂ ਸਾਨੂੰ ਹੋਰ ਦੇ ਦਿਓ। ਮਹਾਤਮਾ ਜੀ ਕਹਿਣ ਲੱਗੇ, ਦਵਾਈ ਤਾਂ ਤੁਸੀਂ ਭਾਵੇਂ ਸਾਰੀ ਲੈ ਲਓ, ਪਰ ਹੁਣ ਦਵਾਈ ਦੀ ਲੋੜ ਨਹੀਂ। ਹਾਂ, ਇੱਕ ਇਲਾਜ ਕਰੋ। 1 ਮਹੀਨਾ ਸੰਤੋਖ ਸਿੰਘ ਨੂੰ ਬਦਾਮ ਰੋਗਨ ਮਾਲਿਸ਼ ਕਰਾਓ, ਭੇਡਾਂ ਦੇ ਦੁੱਧ ਤੋਂ ਜੰਮੇ ਹੋਏ ਦਹੀਂ ਨਾਲ ਇਹਦਾ ਕੇਸੀ ਇਸ਼ਨਾਨ ਕਰਾਓ, ਅਤੇ ਜੇ ਇਲਾਜ ਮਹੀਨਾ ਭਰ ਕਰੋਗੇ ਤਾਂ ਫਿਰ ਸਾਰੀ ਉਮਰ ਇਹਨੂੰ ਇਹ ਬਿਮਾਰੀ ਨਹੀਂ ਹੋਏਗੀ। ਦੂਜੇ ਦਿਨ ਸਵੇਰੇ ਜਦ ਮਹਾਤਮਾ ਜੀ ਵਿਦਾ ਹੋਣ ਲੱਗੇ ਤਾਂ ਚੌਧਰੀ ਰਾਮ ਸਿੰਘ ਨੇ ਮੋਹਰਾਂ ਦਾ ਇੱਕ ਥਾਲ ਭਰ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ। ਮਹਾਤਮਾ ਜੀ ਹੱਸ ਪਏ, ਕਹਿਣ ਲੱਗੇ, ਕੌਡੀ ਵਾਲਾ ਸਾਧੂ ਕੌਡੀ ਦਾ ਨਹੀਂ ਹੁੰਦਾ, ਤੁਸੀਂ ਚੌਧਰੀ ਜੀ ਸਾਨੂੰ ਮੋਹਰਾਂ ਵਾਲਾ ਬਣਾਉਂਦੇ ਹੋ। ਚੌਧਰੀ ਸਾਹਿਬ ਨੇ ਫਿਰ ਮਹਾਤਮਾ ਜੀ ਦੇ ਚਰਨ ਫੜ ਲਏ, ਰੋਣਾ ਸ਼ੁਰੂ ਕਰਤਾ। ਉਹਨਾਂ ਦਾ ਦਿਲ ਰੱਖਣ ਲਈ ਮਹਾਤਮਾ ਜੀ ਨੇ ਮੋਹਰਾਂ ਦਾ ਥਾਲ ਹੱਥ ਫੜ ਲਿਆ। ਇੱਕ ਮੋਹਰ ਚੁੱਕ ਕੇ ਉਹਨਾਂ ਭਾਈ ਰਾਮ ਸਿੰਘ ਨੂੰ ਫੜਾਤੀ ਅਤੇ ਬੀਬੀ ਜਸਵੰਤ ਕੌਰ ਨੂੰ ਆਪਣੇ ਵੱਲ ਬੁਲਾ ਕੇ ਹੱਸਦਿਆਂ ਕਹਿਣ ਲੱਗੇ, ਦੇਵੀ, ਇਹ ਸਾਡੀ ਚੀਜ਼ ਹੈ, ਇਹ ਸਾਡੀ ਅਮਾਨਤ ਰੱਖੋ, ਅਸੀਂ ਫਿਰ ਲੈ ਲਾਂਗੇ। ਜਸਵੰਤ ਕੌਰ ਨੇ ਹੱਸਦਿਆਂ ਥਾਲ ਫੜ ਲਿਆ। ਮਹਾਤਮਾ ਜੀ ਫਿਰ ਜਸਵੰਤ ਨੂੰ ਕਹਿਣ ਲੱਗੇ, ਦੇਵੀ ਦੱਸੋ, ਤੁਹਾਨੂੰ ਮਾਤਾ ਕਵਾਂ ਜਾਂ ਪੁੱਤਰੀ? ਜਸਵੰਤ ਕੌਰ ਹੱਸ ਕੇ ਕਹਿਣ ਲੱਗੀ, ਤੁਸੀਂ ਅਗੰਮ ਦੀਆਂ ਜਾਣਦੇ ਹੋ, ਜੋ ਤੁਸੀਂ ਠੀਕ ਸਮਝਦੇ ਹੋ ਸੋ ਕਹੋ। ਦੂਜੇ ਦਿਨ ਸਵੇਰੇ ਘਰ 'ਚ ਪਾਲਕੀ ਆ ਗਈ। ਮਹਾਤਮਾ ਜੀ ਉਸ 'ਚ ਬੈਠ ਗਏ। ਭਾਵੇਂ ਰਾਮ ਸਿੰਘ ਲਈ ਚੌਧਰੀ ਸਾਹਿਬ ਦੀ ਨੀਲੀ ਘੋੜੀ ਤਿਆਰ ਸੀ, ਮੁਨਸ਼ੀ ਗਿਆਨ ਚੰਦ ਨੂੰ ਚੌਧਰੀ ਸਾਹਿਬ ਨੇ ਹੁਕਮ ਦਿੱਤਾ ਕਿ ਗੁੱਜਰ ਖਾਂ ਤੱਕ ਉਹਨਾਂ ਦੇ ਨਾਲ ਜਾਓ ਅਤੇ ਟਿਕਟ ਖਰੀਦ ਕੇ ਉਹਨਾਂ ਨੂੰ ਆਰਾਮ ਨਾਲ ਗੱਡੀ 'ਤੇ ਬਿਠਾ ਕੇ ਆਉਣਾ। ਤੁਰਨ ਲੱਗਿਆ ਸੰਤੋਖ ਸਿੰਘ ਤੇ ਹੋਰ ਸਾਰੇ ਟੱਬਰ ਨੇ ਮਹਾਤਮਾ ਜੀ ਤੇ ਭਾਈ ਰਾਮ ਸਿੰਘ ਦੇ ਚਰਨਾਂ 'ਤੇ ਮੱਥਾ ਟੇਕਿਆ ਤੇ ਆਸ਼ੀਰਵਾਦ ਲਈ। ਅਖੀਰ ਲਾਂਗ 43ਵਾਂ। ਬੁੱਢਾ ਹੋਆ ਸ਼ੇਖ ਫਰੀਦ ਗੱਭਣ ਲੱਗੀ ਦੇ, ਜੇ 100 ਵਰਿਆ ਜੀਵਨਾ ਭੀਤਨ ਹੋ ਸਿੱਖੇ। ਭਾਈ ਕਰਮ ਸਿੰਘ ਦਾ ਕੰਮ ਦਿਨੋਂ ਦਿਨ ਵੱਧਦਾ ਗਿਆ, ਨਾਲ ਹੀ ਉਹਦਾ ਰਸੂਖ ਤੇ ਮਾਣ ਵੀ ਜ਼ਿਆਦਾ ਹੁੰਦਾ ਗਿਆ। ਆਖਰ ਹਾਲਤ ਇਹ ਹੋ ਗਈ ਕਿ ਕਈ ਆਦਮੀ ਤਾਂ ਉਹਨੂੰ ਸੰਤ ਸਰੂਪ ਸਮਝ ਕੇ ਪੂਜਣ ਹੀ ਲੱਗ ਪਏ। ਮਾਸਟਰ ਸੰਤ ਸਿੰਘ ਵਰਗੇ ਦੁਸ਼ਟਾਂ ਨੂੰ ਇਹ ਹੀਆ ਨਹੀਂ ਸੀ ਪੈਂਦਾ ਕਿ ਉਹ ਖੁੱਲ੍ਹਮ ਖੁੱਲ੍ਹਾ ਕੋਈ ਸਾੜੇ ਦੀ ਗੱਲ ਭਾਈ ਕਰਮ ਸਿੰਘ ਦੇ ਉਲਟ ਕਰ ਸਕਣ। ਭਾਈ ਕਰਮ ਸਿੰਘ ਦੀ ਭੈਣ ਤਾਂ ਅੱਗੇ ਹੀ ਉਹਦੇ ਨਾਲ ਬਹੁਤ ਮੋਹ ਕਰਦੀ ਸੀ। ਭਣਵਈਆ ਵੀ ਬਹੁਤ ਆਦਰ ਮਾਣ ਕਰਨ ਲੱਗ ਪਿਆ। ਭੈਣ ਦਾ ਸਾਰਾ ਟੱਬਰ ਉਹਦੇ ਨਾਲ ਰਹਿਣ ਲੱਗ ਪਿਆ। ਭੈਣ ਹਰ ਵੇਲੇ ਭਰਾ ਨੂੰ ਫਿਰ ਵਿਆਹ ਕਰਨ 'ਤੇ ਜ਼ੋਰ ਦਿੰਦੀ। ਰਿਖੀਕੇਸ਼ ਤੋਂ ਵਾਪਸ ਆ ਕੇ ਭਾਈ ਕਰਮ ਸਿੰਘ ਨੇ ਬੜੇ ਸ਼ੌਕ ਨਾਲ ਕੀਰਤਨ ਸਿੱਖਣਾ ਸ਼ੁਰੂ ਕੀਤਾ। ਸਵੇਰੇ ਸ਼ਾਮ ਦੋਵੇਂ ਵੇਲੇ ਕੀਰਤਨ ਦੀ ਮਸ਼ਕ ਹੁੰਦੀ ਸੀ ਅਤੇ 1 ਸਾਲ ਦੇ ਵਿੱਚ ਹੀ ਆਪ ਰਾਗ ਵਿੱਦਿਆ ਦੇ ਚੰਗੇ ਮਾਹਰ ਹੋ ਗਏ।
ਭਾਈ ਕਰਮ ਸਿੰਘ ਦੇ ਹਿਰਦੇ 'ਚ ਮਹਾਤਮਾ ਜੀ ਤੇ ਭਾਈ ਰਾਮ ਸਿੰਘ ਲਈ ਬੜਾ ਪਿਆਰ ਤੇ ਸਤਿਕਾਰ ਸੀ। ਭਾਈ ਕਰਮ ਸਿੰਘ ਇੱਕ ਦਿਨ ਸਵੇਰੇ 10 ਵਜੇ ਦੇ ਕਰੀਬ ਆਪਣੀ ਦੁਕਾਨ 'ਤੇ ਬੈਠਾ ਸੀ ਕਿ ਉਹਨੂੰ ਇੱਕ ਤਾਰ ਮਿਲੀ। ਤਾਰ ਵੇਖ ਕੇ ਭਾਈ ਕਰਮ ਸਿੰਘ ਘਬਰਾ ਗਿਆ। ਕੰਬਦੇ ਹੱਥਾਂ ਨਾਲ ਉਹਨੇ ਤਾਰ ਖੋਲ੍ਹ ਕੇ ਪੜ੍ਹੀ। ਤਾਰ ਭਾਈ ਰਾਮ ਸਿੰਘ ਵੱਲੋਂ ਸੀ। ਇਸ 'ਚ ਲਿਖਿਆ ਸੀ, ਅਸੀਂ ਆਪ ਦੇ ਪਾਸ ਅਗਲੀ ਗੱਡੀ ਪਹੁੰਚ ਰਹੇ ਹਾਂ। ਮਹਾਤਮਾ ਜੀ ਬੜੇ ਕਮਜ਼ੋਰ ਹਨ, ਕਿਰਪਾ ਕਰਕੇ ਸਟੇਸ਼ਨ 'ਤੇ ਪਹੁੰਚੋ। ਤਾਰ ਪੜ੍ਹ ਕੇ ਭਾਈ ਕਰਮ ਸਿੰਘ ਨੇ ਠੰਡਾ ਹੌਕਾ ਲਿਆ। ਉਸ ਵੇਲੇ ਉਹਦੇ ਦਿਲ ਦੀ ਜੋ ਅਵਸਥਾ ਸੀ ਉਹੀ ਪੁਰਸ਼ ਸਮਝ ਸਕਦਾ ਜਿਹਦੇ ਦਿਲ 'ਚ ਕਿਸੇ ਪਿਆਰੇ ਨੂੰ ਮਿਲਣ ਦਾ ਡੂੰਘਾ ਚਾਅ ਹੋਵੇ, ਪਰ ਨਾਲ ਹੀ ਉਹਦੀ ਸਰੀਰਕ ਕਮਜ਼ੋਰੀ ਕਰਕੇ ਉਹਦੇ ਰਾਜ਼ੀ ਹੋਣ ਦੀ ਬੜੀ ਚਿੰਤਾ ਹੋਵੇ। ਭਾਈ ਕਰਮ ਸਿੰਘ ਕੁਝ ਹੋਰ ਆਦਮੀ ਨਾਲ ਲੈ ਕੇ ਗੱਡੀ 'ਤੇ ਪਹੁੰਚਿਆ ਅਤੇ ਬੜੇ ਪਿਆਰ ਅਤੇ ਸਤਿਕਾਰ ਨਾਲ ਮਹਾਤਮਾ ਜੀ ਦੇ ਚਰਨ ਚੁੰਮੇ ਅਤੇ ਉਹਨਾਂ ਨੂੰ ਵਿਕਟੋਰੀਆ 'ਚ ਲੰਮਾ ਪਾ ਕੇ ਘਰ ਲੈ ਆਇਆ। ਮਹਾਤਮਾ ਜੀ 2 ਕੁ ਦਿਨ ਭਾਈ ਕਰਮ ਸਿੰਘ ਦੇ ਪਾਸ ਟਿਕੇ। ਉਹਦੀ ਸਰੀਰਕ ਅਵਸਥਾ ਬਹੁਤ ਕਮਜ਼ੋਰ ਸੀ, ਚੱਲਣੋਂ ਫਿਰਨੋਂ ਰਹਿ ਚੁੱਕੇ ਸੀ। ਬਹੁਤ ਚਿਰ ਬੈਠਣਾ ਵੀ ਉਹਨਾਂ ਲਈ ਕਠਿਨ ਸੀ, ਪਰ ਦੋਵੇਂ ਵੇਲੇ ਕੀਰਤਨ ਆਪ ਕਰਦੇ ਸੀ ਅਤੇ ਰਾਵਲਪਿੰਡੀ ਜਿਹੜੇ 2 ਦਿਨ ਉਹ ਰਹੇ, ਸਾਰਾ ਸ਼ਹਿਰ ਉਹਨਾਂ ਦੇ ਦਰਸ਼ਨਾਂ ਨੂੰ ਧਾ ਕੇ ਆਇਆ ਸੀ। ਮਹਾਤਮਾ ਜੀ ਸਾਰਿਆਂ ਨੂੰ ਖਿੜੇ ਮੱਥੇ ਮਿਲਦੇ ਅਤੇ ਜਦੋਂ ਗੱਲਾਂ ਕਰਦੇ ਜਾਂ ਬਾਣੀ ਪੜ੍ਹਦੇ ਜਾਂ ਕੀਰਤਨ ਕਰਦੇ ਤਾਂ ਇਉਂ ਜਾਪਦਾ ਸੀ ਜਿਵੇਂ 9 ਬਰ 9 ਹੁੰਦੇ। ਤੀਜੇ ਦਿਨ ਮਹਾਤਮਾ ਜੀ ਨੇ ਅੰਮ੍ਰਿਤਸਰ ਵੱਲ ਜਾਣ ਦੀ ਇੱਛਾ ਪ੍ਰਗਟਾਈ। ਭਾਈ ਕਰਮ ਸਿੰਘ ਜੀ ਨੂੰ ਮਹਾਤਮਾ ਜੀ ਦੀ ਰਜ਼ਾ ਕਬੂਲ ਸੀ। 7 ਵਚਨ ਕਰਕੇ ਮੰਨ ਗਿਆ। ਫਿਰ ਕਹਿਣ ਲੱਗਾ, ਮੇਰੇ ਲਈ ਕੀ ਹੁਕਮ ਹੈ? ਮਹਾਤਮਾ ਜੀ ਖਿੜਖੜਾ ਕੇ ਹੱਸ ਪਏ ਅਤੇ ਕਹਿਣ ਲੱਗੇ, ਭਾਈ ਕਰਮ ਸਿੰਘ, ਅਸੀਂ ਤੁਹਾਨੂੰ ਲੈਣ ਹੀ ਆਏ ਹਾਂ। ਸਾਡੀ ਜੀਵਨ ਯਾਤਰਾ ਹੁਣ ਖਤਮ ਹੈ। ਤੁਸੀਂ ਹੁਣ ਭਾਈ ਰਾਮ ਸਿੰਘ ਨਾਲ ਮਿਲ ਕੇ ਕੀਰਤਨ ਦੀ ਸੇਵਾ ਜਾਰੀ ਰੱਖਣੀ। ਭਾਈ ਕਰਮ ਸਿੰਘ ਭਾਵੇਂ ਉਂਝ ਦਾ ਵਿਹਾਰੀ ਆਦਮੀ ਨਜ਼ਰ ਆਉਂਦਾ ਸੀ, ਪਰ ਅੰਦਰੋਂ ਪੂਰਨ ਤਿਆਗੀ ਸੀ। ਉਹਨੇ ਮਹਾਤਮਾ ਜੀ ਦੀ ਆਗਿਆ ਸਿਰ ਮੱਥੇ 'ਤੇ ਪ੍ਰਵਾਨ ਕੀਤੀ ਅਤੇ ਆਪਣੀ ਦੁਕਾਨ 'ਤੇ ਸਾਰਾ ਕਾਰੋਬਾਰ ਆਪਣੇ ਭਰਵਈਏ ਨੂੰ ਸੌਂਪ ਕੇ ਮਹਾਤਮਾ ਜੀ ਨਾਲ ਹੋ ਤੁਰਿਆ। ਸਵੇਰੇ 9 ਵਜੇ ਦੇ ਕਰੀਬ ਗੱਡੀ ਅੰਮ੍ਰਿਤਸਰ ਸਟੇਸ਼ਨ 'ਤੇ ਪਹੁੰਚੀ। ਮਹਾਤਮਾ ਜੀ ਨੂੰ ਚੁੱਕ ਕੇ ਗੱਡੀਆਂ ਉਤਾਰਿਆ ਗਿਆ। ਭਾਵੇਂ ਰੀਗੋ ਸਾਹਿਬ ਹੁਣ ਅੰਮ੍ਰਿਤਸਰ ਨਹੀਂ ਸੀ, ਪਰ ਬਾਕੀ ਸਾਰਾ ਸਟੇਸ਼ਨ ਸਟਾਫ ਵੀ ਮਹਾਤਮਾ ਜੀ 'ਤੇ ਚੰਗੀ ਸ਼ਰਧਾ ਰੱਖਦਾ ਸੀ। ਮਹਾਤਮਾ ਜੀ ਨੂੰ ਵੇਖਦਿਆਂ ਸਾਰੇ ਇਕੱਠੇ ਹੋ ਗਏ। ਫਿਰ ਉਹਨਾਂ ਨੂੰ ਚੁੱਕ ਕੇ ਫਸਟ ਕਲਾਸ ਵੇਟਿੰਗ ਰੂਮ 'ਚ ਲੈ ਗਏ। ਇੱਕ ਆਦਮੀ ਭੱਜ ਕੇ ਡਾਕਟਰ ਸੀਤਾਰਾਮ ਨੂੰ ਬੁਲਾ ਲਿਆਇਆ। ਡਾਕਟਰ ਨੇ ਦੇਖਿਆ, ਕੁਝ ਥੋੜ੍ਹਾ ਜਿਹਾ ਬੁਖਾਰ ਸੀ। ਥਰਮਾਮੀਟਰ ਲਾਇਆ, ਹਰਾਰਤ ਦਾ ਦੂਜਾ ਦਰਜਾ ਸਿਰਫ 100 ਨਿਕਲਿਆ, ਪਰ ਕਮਜ਼ੋਰੀ ਬਹੁਤ ਸੀ। ਡਾਕਟਰ ਨੇ ਸਲਾਹ ਕੀਤੀ ਕਿ ਮਹਾਤਮਾ ਜੀ ਨੂੰ ਸਾਰਾ ਦਿਨ ਵੇਟਿੰਗ ਰੂਮ ਵਿੱਚ ਹੀ ਰੱਖਿਆ ਜਾਏ। ਖਾਣ ਲਈ ਦੁੱਧ, ਸੋਡਾ ਅਤੇ ਫਲਾਂ ਦਾ ਰਸ ਦਿੱਤਾ ਜਾਏ। ਸ਼ਹਿਰ 'ਚ ਰੌਲਾ ਪੈ ਗਿਆ ਅਤੇ ਦੁਨੀਆ ਧਾ ਕੇ ਸਟੇਸ਼ਨ ਵੱਲ ਤੁਰ ਪਈ। ਕੋਤਵਾਲ ਪੁਲਿਸ ਨੇ ਬੜੀ ਮੁਸ਼ਕਿਲ ਨਾਲ ਲੋਕਾਂ ਨੂੰ ਤਸੱਲੀਆਂ ਦੇ ਕੇ ਪੁਲਿਸ ਦੀ ਸਹਾਇਤਾ ਨਾਲ ਸਟੇਸ਼ਨ ਦਾ ਅਹਾਤਾ ਖਾਲੀ ਕਰਵਾਇਆ ਅਤੇ ਸ਼ਹਿਰ ਵਾਪਸ ਭੇਜਿਆ। ਰਾਤ ਨੂੰ ਹਨੇਰਾ ਪਿਆ ਅਤੇ ਮਹਾਤਮਾ ਜੀ ਨੂੰ ਮੰਜੇ 'ਤੇ ਪਾ ਕੇ ਸ਼ਹਿਰ 'ਚ ਦਰਬਾਰ ਸਾਹਿਬ ਦੇ ਲਾਗੇ ਲੈ ਆਏ। ਦਾਰੂ, ਦਵਾ ਅਤੇ ਸੇਵਾ ਰੱਜ ਕੇ ਹੋਈ। ਰਾਤ ਨੂੰ ਮਹਾਤਮਾ ਜੀ ਟਿਕ ਗਏ ਅਤੇ ਚੰਗੇ ਸੁੱਤੇ। ਸਵੇਰੇ ਉੱਠੇ ਤਾਂ ਬੁਖਾਰ ਤਾਂ ਭਾਵੇਂ ਉਨਾ ਹੀ ਸੀ, ਪਰ ਆਮ ਹਾਲਤ ਅੱਗੇ ਨਾਲੋਂ ਬਹੁਤ ਵਧੀਆ ਸੀ। ਬਹੁਤ ਲੋਕੀ ਦਰਸ਼ਨਾਂ ਨੂੰ ਆਏ। ਬਹੁਤ ਸਾਰਿਆਂ ਨੂੰ ਮਹਾਤਮਾ ਜੀ ਮਿਲੇ ਅਤੇ ਹੱਸ ਕੇ ਉਹਨਾਂ ਨਾਲ ਗੱਲਾਂ ਵੀ ਕਰਦੇ ਰਹੇ। ਮਹਾਤਮਾ ਜੀ ਸਰੀਰ ਦਾ ਬੜਾ ਨਿਰਬਲ ਹੋ ਗਿਆ ਜਾਪਦਾ ਹੈ। ਈਸ਼ਵਰ ਸਾਡੇ ਜਗਤ ਦਾ ਰਾਖਾ, ਪ੍ਰਤੀਪਾਲਕ ਹੈ, ਉਹ ਤੋਂ ਬਿਨਾਂ ਹੋਰ ਕਿਸੇ ਦੀ ਟੇਕ ਨਹੀਂ। ਅੱਛਾ ਮਹਾਤਮਾ ਜੀ, ਕੋਈ ਦਾਨ ਕਰਨ ਦੀ ਅਭਿਲਾਸ਼ਾ? ਕਹਿਣ ਲੱਗੇ, ਤੁਹਾਡੀ ਮਾਇਆ ਦਾ ਦਾਨ ਕਰਨ ਨਾਲ ਮੇਰਾ ਕਲਿਆਣ ਨਹੀਂ ਹੋ ਸਕਦਾ। ਅੱਛਾ ਮਹਾਤਮਾ ਜੀ, ਇਹ ਦੱਸੋ ਕਿ ਜੇ ਤੁਸੀਂ ਗੁਰਪੁਰੀ ਸਿਧਾਰ ਹੀ ਜਾਓ ਤਾਂ ਤੁਹਾਡੀ ਯਾਦਗਾਰ ਕੀ ਬਣਾਈਏ? ਮਹਾਤਮਾ ਜੀ ਫਿਰ ਹੱਸ ਪਏ, ਧੀਮੀ ਜਿਹੀ ਆਵਾਜ਼ ਨਾਲ ਗਾਉਣ ਲੱਗ ਪਏ, ਬਜੁਜ਼ ਸਬਜ਼ਾ ਨਪੋਸ਼ਤ ਕਸੇ ਮਜ਼ਾਰੇ ਮਾਂ ਕਿ ਕਬਰ ਪੋਸ਼ੇ ਗਰੀਬਾਂ ਹਮੀ ਗਿਆ ਬਸਸਤ। ਅਤੇ ਫਿਰ ਆਵਾਜ਼ ਜ਼ਰਾ ਉੱਚੀ ਕਰਕੇ ਕਹਿਣ ਲੱਗੇ, ਭੋਗ ਭੋਗ ਭੂਮ ਅੰਤ ਭੂਮ ਮੇ ਮਿਲਤ ਹੈ। ਸੇਠ ਜੀ, ਆਤਮਾ ਅਮਰ ਹੈ, ਕਾਲ ਰਹਿਤ ਹੈ, ਸਰੀਰ ਖਾਕ ਹੈ, ਖਾਕ ਦੀ ਯਾਦਗਾਰ ਕੈਸੀ। ਮਹਾਤਮਾ ਜੀ, ਫਿਰ ਕੋਈ ਸਿੱਖ ਮਤ ਦਿਓ, ਕੋਈ ਉਪਦੇਸ਼ ਕਰੋ। ਸੇਠ ਜੀ, ਅਸੀਂ ਸਾਰੇ ਜੀਵਨ ਵਿੱਚ ਇਹੋ ਹੀ ਸਿੱਖਿਆ ਕਿ ਸੰਸਾਰ ਦੀ ਕਲਿਆਣ ਸਿਮਰਨ ਅਤੇ ਸੇਵਾ 'ਚ ਹੈ। ਤੁਸੀਂ ਵੀ ਇਹੋ ਹੀ ਯਤਨ ਕਰਿਆ ਕਰੋ। ਹਰ ਰੋਜ਼ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਜਾ ਕੇ ਕੀਰਤਨ ਸੁਣਾਇਆ ਕਰੋ। ਸੇਠ ਜੀ ਦੇ ਪਿੱਛੋਂ ਸ਼ਹਿਰ ਦੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਆਉਂਦੇ ਰਹੇ। ਮਾਇਆ ਅਤੇ ਰਾਧਾ ਵੀ ਆਈਆਂ। ਆਖਰ ਮਹਾਤਮਾ ਜੀ ਥੱਕ ਕੇ ਟਿਕ ਗਏ। ਸ਼ਾਮ ਨੂੰ 5 ਵਜੇ ਅੱਖ ਖੁੱਲ੍ਹੀ। ਕਹਿਣ ਲੱਗੇ, ਚੋਜੀ ਬਾਬੇ ਨੂੰ ਬੁਲਾਓ। 6 ਵਜੇ ਚੋਜੀ ਬਾਬਾ ਆਇਆ। ਮਹਾਤਮਾ ਜੀ ਦੇ ਸਿਰ 'ਤੇ ਹੱਥ ਰੱਖ ਕੇ ਕਹਿਣ ਲੱਗਾ, ਦੇਖੋ ਬੇਟਾ, तुम अभी जा नहीं सकते। अगर तुम्हारी आरबला थोड़ी है तो हमारी ले लो। तुम बड़े तपस्वी हो, इतनी समर्था तो तुम में ज़रूर होगी।
महात्मा कहने लगे, गुरुदेव ये बातें छोड़ो, जे ख्यालात आपने आगे मेरे पास ज़ाहिर किए थे वो मेरे जहन नशीन कराएं। मैं तो यही कहता हूँ कि इंसान तो वायुमंडल के जीव है, जैसे वायुमंडल है वैसे ही हो जाते हैं। आप तपस्वी हैं, आपने 10-12 साल के करीब है अमृतसर में सिमरन और सेवा की लहर चलाई, वायुमंडल बदला, लोग अच्छे हो गए। अमृतसर पंजाब से अलग तो रह नहीं सकता। आहिस्ता आहिस्ता पंजाब की वायुमंडल का असर इस पर होने लगा, रंग बदलता गया। 2-4 साल में अमृतसर भी लाहौर जैसा बन गया और आपकी कई सालों की घाल बिरथ आ गई। मैं तो कहता हूँ राज प्रबंध बदलो, सोशल सिस्टम को तब्दील करो, जथा राजा तथा प्रजा। अगर राज प्रबंध चलाने वाले लोग राजा जनक जैसे हो जाएं तो ये सब भारतवर्ष चंद सालों में स्वर्ग का नमूना बन सकता है। अच्छा गुरुदेव, निर्णय करके बतलाएं कि क्या होना चाहिए। तो जी बाबा, ये निर्णय तो आप ही कर सकते हैं, मेरे तो सिर्फ इतना ही कहना है कि आपका पहला प्रयोजन ये होना चाहिए कि विदेशी राज की जड़ें उखेड़े, उसकी जगह राम राज कायम हो। अच्छा मैं बतलाता हूँ, आप उस पर विचार करें। पहले तो एक तपस्वी महापुरुष भारत में पैदा हो, फिर वो अपने साथ नेक बंदे इकट्ठे करे, वो मुर्शद और उसके साथी मुरीद ये सब सिमरन और सेवा के परवाने हों, फिर वो अपनी सारी शक्ति राज प्रबंध को बदलने में सर्फ करें, धर्मी राज प्रबंध कायम हो। गुरु गोविंद सिंह जी का मार्ग मुझे ठीक मालूम देता है महात्मा, ये उनका ही मार्ग है, लेकिन इसमें सफलता तभी हो सकती है जब गुरु जी जैसा आगू हो और 5 प्यारे जैसे उनके साथी, और फिर एक नस्ल पर ही ख़त्म ना हो, 2-4 नस्लें ऐसी ही हों चलें। अच्छा बाबा, रोग को त्यागो और इस काम का प्रारंभ करो, मैं आपका पहला चेला बनूंगा। गुरुदेव ये शरीर तो जर्जरा हो चुका है, अब तो आप माफ़ करें, अगले जामे में आपका सेवक बनकर आपकी आज्ञा अनुसार काम करूंगा। चौਜੀ ਬਾਬਾ ਕੁਝ ਹੋਰ ਹੀ ਗੱਲਾਂ ਕਰਨਾ ਚਾਹੁੰਦਾ ਸੀ, ਪਰ ਡਾਕਟਰ ਸਾਹਿਬ ਦੇ ਆਉਣ ਕਰਕੇ ਚਰਚਾ ਦਾ ਭੋਗ ਪੈ ਗਿਆ। ਚੌਜੀ ਬਾਬਾ ਉੱਠਿਆ, ਪਹਿਲਾਂ ਉਹਨੇ ਮਹਾਤਮਾ ਜੀ ਦੇ ਦੋਵੇਂ ਹੱਥ ਆਪਣੇ ਹੱਥਾਂ 'ਚ ਲਏ, ਫਿਰ ਉਹਨੇ ਮਹਾਤਮਾ ਜੀ ਦਾ ਮੂੰਹ ਚੁੰਮਿਆ, ਸਜਲ ਅੱਖਾਂ ਦੇ ਫਰਕ ਦੇ ਬੁੱਲਾਂ ਨਾਲ ਕਹਿੰਦਾ ਹੋਇਆ, ਅੱਛਾ ਬੇਟਾ ਪਰਮਾਤਮਾ ਕੇ ਹਵਾਲੇ, ਵਿਦਾ ਹੋ ਗਿਆ। ਡਾਕਟਰ ਸਾਹਿਬ ਨੇ ਟੂਟੀ ਲਾ ਕੇ ਮਹਾਤਮਾ ਜੀ ਦੀ ਛਾਤੀ ਤੇ ਦਿਲ ਅੱਛੀ ਤਰ੍ਹਾਂ ਵੇਖਿਆ, ਸਿਰ ਮਾਰ ਕੇ ਕਹਿਣ ਲੱਗਾ, ਭਾਈ ਰਾਮ ਸਿੰਘ, ਮਹਾਤਮਾ ਜੀ ਨੂੰ ਪੂਰੇ ਆਰਾਮ ਦੀ ਲੋੜ ਹੈ, ਤੁਸੀਂ ਇਹ ਲੋਕਾਂ ਦਾ ਆਉਣਾ ਜਾਣਾ ਬੰਦ ਕਰੋ, ਇਹਨਾਂ ਦੇ ਦਿਲ ਦੀ ਹਾਲਤ ਕੱਲ੍ਹ ਨਾਲੋਂ ਅੱਜ ਬਹੁਤ ਕਮਜ਼ੋਰ ਹੈ। ਭਾਈ ਰਾਮ ਸਿੰਘ ਕਹਿਣ ਲੱਗਾ, ਡਾਕਟਰ ਸਾਹਿਬ ਇਹ ਸਾਡੇ ਵਾਸ ਦੀ ਗੱਲ ਨਹੀਂ, ਅਸੀਂ ਤਾਂ ਹਰ ਸਮੇਂ ਕਿਸੇ ਨੂੰ ਅੰਦਰ ਆਉਣੋਂ ਰੋਕਦੇ ਹਾਂ, ਪਰ ਮਹਾਤਮਾ ਜੀ ਕਹਿਣ ਲੱਗ ਪੈਂਦੇ ਆ ਆਉਣ ਦਿਓ, ਕੋਈ ਘੜੀ ਪਲ ਦਾ ਮੇਲਾ, ਨਾਲ ਹੀ ਸਾਨੂੰ ਕਹਿੰਦੇ ਯਾਦ ਰੱਖੋ, ਹਰ ਬਿਨ ਕੋਈ ਮਾਰ ਜਿਵਾਲ ਨਾ ਸਾਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀਏ। ਭਾਈ ਰਾਮ ਸਿੰਘ, ਤੁਸੀਂ ਮਰੀਜ਼ ਦਾ ਕਹਿਣਾ ਨਾ ਮੰਨੋ, ਜੋ ਮੈਂ ਕਹਿਣਾ ਉੱਤੇ ਅਮਲ ਕਰੋ। ਮਰੀਜ਼ ਆਮ ਮਰੀਜ਼ਾਂ ਵਰਗਾ ਨਹੀਂ ਨਾ, ਸਾਡੀ ਤਾਂ ਸਾਰੀ ਉਮਰ ਦੀ ਆਦਤ ਬਣ ਚੁੱਕੀ ਹੈ, ਜੋ ਕੁਝ ਉਹ ਕਹਿਣ 7 ਬਚਨ ਕਹਿ ਕੇ ਪ੍ਰਵਾਨ ਕਰਨਾ। ਡਾਕਟਰ ਸਾਹਿਬ ਚਲੇ ਗਏ। ਮਹਾਤਮਾ ਜੀ ਨੇ ਭਾਈ ਰਾਮ ਸਿੰਘ ਤੇ ਭਾਈ ਕਰਮ ਸਿੰਘ ਨੂੰ ਕਿਹਾ ਕਿ ਕੀਰਤਨ ਕਰੋ। ਅੱਜ ਪਹਿਲੀ ਵਾਰ ਸੀ ਮਹਾਤਮਾ ਜੀ ਆਪ ਕੀਰਤਨ 'ਚ ਹਿੱਸਾ ਨਹੀਂ ਲੈ ਰਹੇ ਸੀ। ਕੀਰਤਨ ਦੇ ਉਪਰੰਤ ਮਹਾਤਮਾ ਜੀ ਚੁੱਪ ਹੋ ਗਏ, ਥੋੜ੍ਹੇ ਚਿਰ 'ਚ ਹੀ ਸੌਂ ਗਏ। ਰਾਤ ਕੋਈ 3 ਪਹਿਰ ਬੀਤੀ ਹੋਏਗੀ। ਮਹਾਤਮਾ ਜੀ ਦੀ ਅੱਖ ਖੁੱਲ੍ਹ ਗਈ, ਤ੍ਰੇਹ ਬੜੀ ਲੱਗੀ ਸੀ। ਧੀਮੀ ਜੀ ਆਵਾਜ਼ 'ਚ ਕਿਹਾ, ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਪਰ ਉਹ ਘੂਕ ਸੁੱਤੇ ਸੀ। ਦਿਲ 'ਚ ਵਿਚਾਰਨ ਲੱਗੇ, ਕਿਹੜੀ ਗੱਲ ਹੈ, ਆ ਪਾਣੀ ਲਾਗੇ ਹੀ ਪਿਆ, ਉੱਠ ਕੇ ਫੜ ਲਵਾਂ। ਯਤਨ ਕਰਨ ਲੱਗੇ, ਪਰ ਨਾ ਬਾਹਾਂ 'ਚ ਸੱਤਿਆ ਨਾ ਲੱਤਾਂ 'ਚ ਤਰਾਣ। ਅੰਤ ਹੌਕਾ ਲੈ ਕੇ ਉਹ ਤੁਕਾਂ ਦੌਰਾਨ ਲੱਗੇ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂਗਰ ਭਵਿਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓ। ਫਿਰ ਅੱਖਾਂ ਅੱਗੇ ਸਾਰੀ ਜੀਵਨ ਝਾਕੀ ਆਉਣੀ ਸ਼ੁਰੂ ਹੋ ਗਈ। ਬਚਪਨ ਦਾ ਸਮਾਂ, ਪਿਤਾ ਦਾ ਪਿਆਰ, ਖੇਡ ਕੁੱਦ, ਮਾਤਾ ਦੇ ਲਾਡ, ਕਾਲਜ ਦਾ ਜ਼ਮਾਨਾ, ਮਿੱਤਰਾਂ ਦੀਆਂ ਰੰਗ ਰਲੀਆਂ, ਬਾਬਾ ਪਰਮਹੰਸ ਦਾ ਮੇਲ, ਰਾਮ ਗੰਗਾ ਦੀਆਂ ਮੌਜਾਂ, ਨਾਟਕ ਅੱਖਾਂ ਅੱਗੇ ਸਾਰੇ ਪੁਰਾਣੇ ਸੀਨ ਲਿਆ ਰਿਹਾ ਸੀ। ਮਹਾਤਮਾ ਜੀ ਦੇ ਮੂੰਹ ਤੋਂ ਅਵੱਸੋਂ ਹੀ ਨਿਕਲਿਆ, ਹੇ ਭਗਵਾਨ ਤੇਰੀ ਲੀਲਾ। ਇਹ ਸੰਸਾਰ ਦਰਅਸਲ ਸੰਸਿਆਂ ਦੀ ਪੈਦਾਇਸ਼ ਹੈ। ਇਸ ਵੇਲੇ ਭਾਈ ਕਰਮ ਸਿੰਘ ਦੀ ਅੱਖ ਖੁੱਲ੍ਹੀ, ਕਹਿਣ ਲੱਗਾ, ਮਹਾਤਮਾ ਜੀ ਕੀ ਗੱਲ ਹੈ। ਮਹਾਤਮਾ ਜੀ ਨੇ ਦੱਸਿਆ, ਭਾਈ ਕਰਮ ਸਿੰਘ, ਮੇਰੇ ਅੰਦਰ ਤਾਂ ਮਨ ਦੀ ਮਸ਼ੀਨ ਨੇ ਜੀਵਨ ਥੀਏਟਰ ਰਚਿਆ ਹੋਇਆ, ਸਾਰਾ ਜੀਵਨ ਅੱਖਾਂ ਅੱਗਿਓਂ ਨਿਕਲ ਰਿਹਾ ਜਿਵੇਂ ਡਰਾਮੇ ਦੇ ਸੀਨ। ਅੱਛਾ ਮੈਨੂੰ ਪਾਣੀ ਪਿਆਓ, ਮੈਂ ਕਿੰਨੇ ਚਿਰ ਦਾ ਤ੍ਰਿਹਾਇਆ। ਭਾਈ ਕਰਮ ਸਿੰਘ ਨੇ ਪਾਣੀ ਦਾ ਗਲਾਸ ਮਹਾਤਮਾ ਜੀ ਨੂੰ ਦਿੱਤਾ, ਉਹ ਪੀ ਕੇ ਲੇਟ ਗਏ। ਥੋੜ੍ਹੇ ਚਿਰ ਪਿੱਛੋਂ ਸੌਂ ਗਏ। जोगी जति ब्रह्मचारी बड़े बड़े छत्रधारी, छत्र ही की छाया कई कोसलो चलत है। दिन चढ़िया, निराला ही दिन चढ़िया। महात्मा जी के कमरे चों ना बाणी की सुरीली धुनी सुनिंदी सी, ना ही अमृत रूपी कीर्तन की लो। भाई राम सिंह ते भाई करम सिंह महात्मा जी के मंजे कोल चटाई ते बैठे सी। 7 कुछ बजे के करीब महात्मा जी ने अख खोली, फिर बंद कर ली। फिर धीमी आवाज़ कहन लगे, माता जी, देवी देवी। ਭਾਈ ਰਾਮ ਸਿੰਘ ਛੇਤੀ ਨਾਲ ਮਹਾਤਮਾ ਜੀ ਪਾਸ ਗਿਆ ਤੇ ਉਹਨਾਂ ਦੇ ਮੱਥੇ 'ਤੇ ਹੱਥ ਰੱਖ ਕੇ ਕਹਿਣ ਲੱਗਾ, ਮਹਾਤਮਾ ਜੀ
ਆਪ ਦਾ ਚਾਕਰ ਹਾਜ਼ਰ ਹੈ। ਮਹਾਤਮਾ ਜੀ ਨੇ ਪੁੱਛਿਆ, ਭਾਈ ਰਾਮ ਸਿੰਘ ਮੈਂ ਕਿੱਥੇ ਹਾਂ? ਭਾਈ ਰਾਮ ਸਿੰਘ ਦਾ ਗਲਾ ਰੁਕ ਗਿਆ। ਮਹਾਤਮਾ ਜੀ ਨੇ ਫਿਰ ਦੂਜੀ ਵਾਰ ਦੁਹਰਾਇਆ ਕਿ ਮੈਂ ਕਿੱਥੇ ਹਾਂ। ਭਾਈ ਕਰਮ ਸਿੰਘ ਛੇਤੀ ਨਾਲ ਉੱਠ ਕੇ ਅੱਗੇ ਹੋਇਆ, ਕਹਿਣ ਲੱਗਾ, ਮਹਾਤਮਾ ਜੀ ਤੁਸੀਂ ਗੁਰੂ ਕੀ ਨਗਰੀ 'ਚੋਂ, ਮੈਂ ਤੇ ਰਾਮ ਸਿੰਘ ਆਪ ਦੇ ਪਾਸ ਹਾਂ। ਫਿਰ ਭਾਈ ਕਰਮ ਸਿੰਘ ਨੇ ਡਾਕਟਰ ਸਾਹਿਬ ਦੀ ਦਿੱਤੀ ਤਾਕਤ ਦੀ ਦਵਾ ਦਾ ਇੱਕ ਚਮਚਾ ਮਹਾਤਮਾ ਦੇ ਮੂੰਹ 'ਚ ਪਾਇਆ। ਥੋੜ੍ਹੇ ਚਿਰ ਪਿੱਛੋਂ ਮਹਾਤਮਾ ਜੀ ਨੇ ਫਿਰ ਅੱਖਾਂ ਖੋਲ੍ਹੀਆਂ, ਕਹਿਣ ਲੱਗੇ, ਭਾਈ ਰਾਮ ਸਿੰਘ ਮੈਂ ਰਾਜੀ ਹਾਂ, ਪੂਰੀ ਹੋਸ਼ 'ਚ ਹਾਂ। ਤੁਸੀਂ ਹੁਣ ਭਾਈ ਆਤਮਾ ਸਿੰਘ ਦਰਜੀ ਨੂੰ ਬੁਲਾਓ। ਭਾਈ ਆਤਮਾ ਸਿੰਘ ਆ ਗਿਆ। ਮਹਾਤਮਾ ਜੀ ਨੂੰ ਵੇਖ ਕੇ ਮੁਸਕਰਾਏ, ਕਹਿਣ ਲੱਗੇ, ਭਾਈ ਆਤਮਾ ਸਿੰਘ ਸਾਨੂੰ ਆਪਣੇ ਲਈ ਇੱਕ ਨਵੇਂ ਜੋੜੇ ਦੀ ਬੜੀ ਕਾਹਲੀ ਲੋੜ ਹੈ, 1 ਘੰਟੇ 'ਚ ਤਿਆਰ ਕਰਕੇ ਲਿਆਓ। ਭਾਈ ਆਤਮਾ ਸਿੰਘ 7 ਵਚਨ ਕਹਿ ਕੇ ਚਲਾ ਗਿਆ। ਮਹਾਤਮਾ ਜੀ ਨੇ ਫਿਰ ਭਾਈ ਰਾਮ ਸਿੰਘ ਨੂੰ ਕਿਹਾ, ਮੈਨੂੰ ਇਸ਼ਨਾਨ ਕਰਾਓ। ਭਾਈ ਰਾਮ ਸਿੰਘ ਕਹਿਣ ਲੱਗੇ, ਮਹਾਤਮਾ ਜੀ ਤੁਸੀਂ ਇੰਨੇ ਕਮਜ਼ੋਰ ਹੋ, ਨਾਲੇ ਤੁਹਾਨੂੰ ਬੁਖਾਰ ਹੈ। ਮਹਾਤਮਾ ਜੀ ਖਿੜਖੜਾ ਕੇ ਹੱਸ ਪਏ, ਕਹਿਣ ਲੱਗੇ, ਭਾਈ ਰਾਮ ਸਿੰਘ ਅੱਜ ਗੱਡੀ ਤਿਆਰ ਹੈ, ਹੁਣ ਡਾਕਟਰ ਨੂੰ ਪੁੱਛਣ ਦਾ ਕੀ ਲੈ, ਪਾਣੀ ਕੋਸਾ ਕਰੋ, ਇਸ਼ਨਾਨ ਕਰਾਓ। ਭਾਈ ਰਾਮ ਸਿੰਘ ਤੇ ਭਾਈ ਕਰਮ ਸਿੰਘ ਨੇ ਪਾਣੀ ਗਰਮ ਕੀਤਾ। ਬੜੇ ਪ੍ਰੇਮ ਨਾਲ ਮਹਾਤਮਾ ਜੀ ਨੂੰ ਕੇਸੀ ਤੇ ਪਿੰਡੇ ਦਾ ਇਸ਼ਨਾਨ ਕਰਾਇਆ। ਉਪਰੰਤ ਮਹਾਤਮਾ ਜੀ ਨੇ ਕੱਪੜਿਆਂ ਦਾ ਜੋੜਾ ਜੋ ਭਾਈ ਆਤਮਾ ਸਿੰਘ ਤਿਆਰ ਕਰਕੇ ਲਿਆਇਆ ਸੀ ਪਹਿਨਿਆ। ਦੋਵਾਂ ਮਿੱਤਰਾਂ ਨੂੰ ਕਿਹਾ ਕਿ ਤੁਸੀਂ ਵਾਰੀ-ਵਾਰੀ ਮੇਰੀ ਛਾਤੀ ਨਾਲ ਲੱਗੋ। ਭਾਈ ਰਾਮ ਸਿੰਘ, ਭਾਈ ਕਰਮ ਸਿੰਘ ਮਹਾਤਮਾ ਜੀ ਦੀ ਸਰੀਰਕ ਛੋਹ ਦੇ ਪਿੱਛੇ ਇਉਂ ਪ੍ਰਤੀਤ ਹੋਣ ਲੱਗਾ ਜਿਵੇਂ ਮਹਾਤਮਾ ਜੀ ਦੀ ਆਤਮਾ ਉਹਨਾਂ ਦੇ ਅੰਦਰ ਧੱਸ ਗਈ ਹੈ। ਮਹਾਤਮਾ ਜੀ ਕਹਿਣ ਲੱਗੇ, ਮਿੱਤਰੋ ਬਾਣੀ ਤੇ ਕੀਰਤਨ ਦਾ ਪ੍ਰਵਾਹ ਚਲਾਈ ਰੱਖਿਓ, ਇਸੇ 'ਚ ਆਨੰਦ ਤੇ ਇਸੇ 'ਚ ਤੁਹਾਡੀ ਤੇ ਸੰਸਾਰ ਦਾ ਕਲਿਆਣ ਹੈ। ਅੱਛਾ ਭੁੱਲ ਚੁੱਕ ਬਖਸ਼ੋ, ਮੈਨੂੰ ਛੁੱਟੀ ਦਿਓ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਹੁਣ ਭਾਈ ਕਰਮ ਸਿੰਘ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰੋ। ਇਹ ਤੋਂ ਉਪਰੰਤ ਜਪਜੀ ਸਾਹਿਬ ਦਾ ਪਾਠ ਕਰਨਾ, ਅਖੀਰ 'ਚ ਕੀਰਤਨ ਸੋਲੇ ਦਾ। ਫਿਰ ਸਾਡੇ ਚਲਾਣੇ ਦਾ ਅਰਦਾਸਾ ਸੋਧ ਦੇਣਾ। ਇਹ ਕਹਿ ਕੇ ਮਹਾਤਮਾ ਜੀ ਲੇਟ ਗਏ ਤੇ ਉਹਨਾਂ ਮੂੰਹ 'ਤੇ ਪਰਨਾ ਲੈ ਲਿਆ। ਆਗਿਆ ਅਨੁਸਾਰ ਭਾਈ ਕਰਮ ਸਿੰਘ ਨੇ ਪਾਠ ਕੀਤੇ। ਕੀਰਤਨ ਸੋਲੇ ਦਾ ਭੋਗ ਪਾ ਕੇ ਮਹਾਤਮਾ ਜੀ ਦੇ ਮੂੰਹ ਤੋਂ ਪਰਨਾ ਚੁੱਕਿਆ। ਕੀ ਵੇਖਦਾ ਹੈ, ਰੰਗ ਮੂੰਹ ਦਾ ਰੰਗ ਪੀਲਾ ਹੈ, ਸਵਾਸ ਖਤਮ ਹੋ ਚੁੱਕਿਆ। ਭਾਈ ਕਰਮ ਸਿੰਘ ਅੱਗੇ ਆਪਣੇ ਕਈ ਪਿਆਰਿਆਂ ਦੀਆਂ ਮੌਤਾਂ ਵੇਖ ਚੁੱਕਾ ਸੀ, ਇਸ ਲਈ ਉਹਦੇ ਹਿਰਦੇ ਨੇ ਇਸ ਕਾਰੇ ਨੂੰ ਵੀ ਜਰਿਆ। ਭਾਈ ਰਾਮ ਸਿੰਘ ਨੂੰ ਮਹਾਤਮਾ ਜੀ ਨਾਲ ਅਦੁੱਤੀ ਸਨੇਹ ਸੀ। ਇਹ ਵਿਛੋੜਾ ਸਹਾਰ ਨਾ ਸਕਿਆ। ਪਹਿਲਾਂ ਗੁੰਮ ਹੋ ਗਿਆ, ਫਿਰ ਮੂਰਛਾ ਖਾ ਕੇ ਡਿੱਗ ਪਿਆ। ਹੋਸ਼ ਆਈ ਤਾਂ ਅੱਖਾਂ 'ਚੋਂ ਨੀਰ ਦੀ ਨਦੀ ਵਹਿਣ ਲੱਗੀ। ਭਾਈ ਕਰਮ ਸਿੰਘ ਆਖੇ, ਸਬਰ ਕਰੋ। ਪਰ ਸਬਰ ਕਿੱਥੋਂ? ਕਹਿਣ ਲੱਗਾ, ਜਿਸ ਪਿਆਰੇ ਸਿਉਨੇ ਹੋ ਤੇ ਸਾਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਭਾਈ ਕਰਮ ਸਿੰਘ ਚੁੱਪਚਾਪ ਬੈਠਾ ਕਿਸੇ ਹੋਰ ਵਹਿਣ 'ਚ ਪੈ ਗਿਆ। ਆਖੇ, ਹੇ ਪਰਮਾਤਮਾ, ਇਹ ਸੰਸਾਰ ਹੈ ਕੀ ਇਸ ਜੀਵਨ ਦਾ ਅੰਤ ਮੌਤ ਹੀ ਹੈ? ਸੰਸਾਰ 'ਚ ਬੜੇ ਬੜੇ ਜੋਗੀ, ਤਪੀ, ਰਿਸ਼ੀ, ਮੁਨੀ, ਕਵੀ, ਫਿਲਾਸਫਰ, ਪੈਗੰਬਰ ਆਏ, ਪਰ ਕੋਈ ਇਹ ਭੇਦ ਨਹੀਂ ਖੋਲ੍ਹ ਸਕਿਆ ਕਿ ਮੌਤੋਂ ਪਰੇ ਕੀ ਹੈ। ਸਾਇੰਸਦਾਨ ਤਾਂ ਕਹਿੰਦੇ ਸ੍ਰਿਸ਼ਟੀ 'ਚ ਤਾਂ ਇੱਕੋ ਗੱਲ ਹੈ, ਵਿਸ਼ੇਸ਼ ਕਰਕੇ ਨਜ਼ਰ ਆਉਂਦੀ ਹੈ ਕਿ ਇਹ ਖੇਡ ਚੱਲਦੀ ਰਹੇ ਤੇ ਜੀਵਨ ਦੀ ਨਦੀ ਵਹਿੰਦੀ ਰਹੇ। ਕੀ ਮਹਾਤਮਾ ਜੀ ਘੜੀ 'ਚ ਹੀ ਲੋਪ ਹੋ ਗਏ? ਨਹੀਂ, ਇਹ ਇਕੱਲੇ ਜੀਵਨ ਦੀ ਲਹਿਰ ਵੀ ਮੁੱਕਦੀ ਨਹੀਂ, ਇਹ ਜ਼ਰੂਰੀ ਜਾਰੀ ਰਹਿੰਦੀ ਹੈ। ਕੇਵਲ ਕਿਤਾਬ ਦੇ ਸਫ਼ੇ ਵਾਂਗ ਇੱਕ ਪੰਨਾ ਹੀ ਪਰਤਿਆ ਜਾਂਦਾ ਹੈ। ਅਸੀਂ ਮਹਾਤਮਾ ਜੀ ਨੂੰ ਨਾ ਪੁੱਛਿਆ ਕਿ ਉਹੀ ਇਸ ਘੁੰਡੀ ਨੂੰ ਹੱਲ ਕਰਦੇ। ਪਤਾ ਨਹੀਂ ਉਹਨਾਂ ਦੀਆਂ ਗੱਲਾਂ ਤੋਂ ਜ਼ਾਹਿਰ ਹੁੰਦਾ ਸੀ ਫੇਰ ਆਉਣਗੇ, ਫਿਰ ਜਨਮ ਧਾਰਨਗੇ। ਹੇ ਈਸ਼ਵਰ, ਇਹ ਤੂੰ ਸੰਸਾਰ ਨੂੰ ਕੀ ਠਗੌਰੀ ਪਾਈ ਹੈ? ਕਦੀ ਕਿਸੇ ਨੂੰ ਚੇਤੇ ਨਹੀਂ ਆਉਂਦਾ ਕਿ ਜੀਵਨ ਦਾ ਅੰਤ ਮੌਤ ਹੈ। ਵਾਹਿਗੁਰੂ ਜਾਣੇ ਭਾਈ ਕਰਮ ਸਿੰਘ ਇਹਨਾਂ ਵਹਿਣਾਂ 'ਚ ਕਿੰਨਾ ਕੁ ਚਿਰ ਪਿਆ ਰਹਿੰਦਾ। ਜੋ ਬਾਹਰੋਂ ਦਰਵਾਜ਼ਾ ਖੜਕਿਆ, ਡਾਕਟਰ ਸਾਹਿਬ ਆਏ। ਕਹਿਣ ਲੱਗੇ, ਮਹਾਤਮਾ ਜੀ ਦਾ ਕੀ ਹਾਲ ਹੈ? ਭਾਈ ਰਾਮ ਸਿੰਘ ਤੇ ਭਾਈ ਕਰਮ ਸਿੰਘ ਦੋਵੇਂ ਚੁੱਪ ਰਹੇ। ਡਾਕਟਰ ਸਾਹਿਬ ਅੱਗੇ ਹੋਏ, ਕੀ ਵੇਖਣ, ਭੌਰ ਉੱਡ ਗਿਆ। ਕਹਿਣ ਲੱਗੇ, ਸਵਾਸ ਖਤਮ ਹੋਇਆ ਕਿੰਨਾ ਚਿਰ ਹੋਇਆ? ਭਾਈ ਕਰਮ ਸਿੰਘ ਨੇ ਜਵਾਬ ਦਿੱਤਾ, ਘੰਟਾ ਕੁ ਹੋ ਗਿਆ। ਡਾਕਟਰ ਸਾਹਿਬ ਬੈਠ ਗਏ। ਭਾਈ ਕਰਮ ਸਿੰਘ ਨੇ ਚਲਾਣੇ ਦੀ ਸਾਰੀ ਕਹਾਣੀ ਸੁਣਾਈ। ਝਟਪਟ ਸ਼ਹਿਰ 'ਚ ਰੌਲਾ ਪੈ ਗਿਆ। ਥਾਂ ਥਾਂ ਇਹੋ ਗੱਲਾਂ ਹੋ ਪਈਆਂ ਕਿ ਮਹਾਤਮਾ ਜੀ ਚਲਾਣਾ ਕਰ ਗਏ। ਆਖਦੇ ਨੇ ਜਦ ਕੋਈ ਮਹਾਂਪੁਰਸ਼ ਸੰਸਾਰ ਤੋਂ ਚਲਾਣਾ ਕਰਦਾ, ਕੁਦਰਤ ਵੀ ਰੋਂਦੀ ਹੈ। ਉਹ ਗੱਲ ਹੋਈ। ਹਨੇਰੀ ਆਈ, ਬੂੰਦਾਬਾਂਦੀ ਵੀ ਹੋਈ, ਪਰ ਲੋਕ ਰੁਕੇ ਨਾ। ਸਾਰਾ ਸ਼ਹਿਰ ਬੰਦ ਹੋ ਗਿਆ। ਖਲਕਤ ਇਕੱਠੀ ਹੋ ਗਈ। ਬੁੱਢਾ ਸੇਠ ਗੋਬਿੰਦ ਦਾਸ ਵਹਿਣ ਪਾ ਪਾ ਕੇ ਰੋਵੇ, ਕਹੇ, ਹੇ ਪਰਮਾਤਮਾ, ਮੈਂ ਕਿਉਂ ਜਿਉਂਦਾ? ਮੈਨੂੰ ਤੂੰ ਇਹ ਦੁੱਖ ਦਿਖਾਉਣ ਲਈ ਹੁਣ ਤੱਕ ਜਿਉਂਦਾ ਰੱਖਿਆ। ਮਹਾਤਮਾ ਜੀ ਦਾ ਉਸ ਨੇ ਜਾ ਕੇ ਮੂੰਹ ਵੇਖਿਆ। ਭਾਈ ਰਾਮ ਸਿੰਘ ਨੇ ਗਲ ਲਾ ਕੇ ਢਾਹਾਂ ਮਾਰਦਾ ਹਟੇ ਹੀ ਨਾ। ਕਹੇ, ਨਾ ਕਹੋ ਕਿ ਮਹਾਤਮਾ ਜੀ ਮਰ ਗਏ। ਮਹਾਤਮਾ ਅਮਰ ਹੁੰਦੇ ਆ, ਉਹ ਤਾਂ ਕੇਵਲ ਚੋਲਾ ਹੀ ਬਦਲਿਆ। ਸ਼ਾਮ ਹੋਈ, ਧੁੱਪਾਂ ਪੀਲੀਆਂ ਪਈਆਂ। ਮਹਾਤਮਾ ਜੀ ਦੀ ਅਰਥੀ ਸ਼ਮਸ਼ਾਨ ਭੂਮੀ 'ਚ ਦਾਖਲ ਹੋਈ। ਪੁਲਿਸ ਨੇ ਪ੍ਰਬੰਧ ਕਰਨ ਦਾ ਬੜਾ ਯਤਨ ਕੀਤਾ, ਪਰ ਭੀੜ ਇੰਨੀ ਸੀ ਕਿ ਲੋਕ ਸੰਭਾਲੇ ਨਹੀਂ ਸੀ ਜਾਂਦੇ। ਸ਼ਮਸ਼ਾਨ ਭੂਮੀ 'ਚ ਚਿਖਾ ਅੱਗੇ ਤਿਆਰ ਸੀ। ਮਹਾਤਮਾ ਜੀ ਦਾ ਮੂੰਹ ਨੰਗਾ ਕਰਕੇ ਸਭ ਲੋਕਾਂ ਨੂੰ ਦਰਸ਼ਨ ਕਰਾਏ ਗਏ। ਫਿਰ ਉਹਨਾਂ ਦੀ 5 ਭੂਤਕ ਦੇਹ ਨੂੰ ਚਿਖਾ 'ਤੇ ਰੱਖਤਾ ਗਿਆ। ਭਾਈ ਰਾਮਾ ਦਰਬਾਰ ਸਾਹਿਬ ਦਾ ਮਸ਼ਹੂਰ ਰਬਾਬੀ ਮਹਾਤਮਾ ਜੀ ਦਾ ਬੜਾ ਸ਼ਰਧਾਲੂ ਸੀ। ਉਹਨੇ ਮਹਾਤਮਾ ਜੀ ਦੀ ਚਿਖਾ ਦੀਆਂ 3 ਪਰਕਰਮਾਂ ਕੀਤੀਆਂ। ਫਿਰ ਚੰਨਾ ਨੂੰ ਘੱਟ ਕੇ ਕਹਿਣ ਲੱਗਾ, ਇਹ ਆਖਰੀ ਟਾਈਮ ਵੀ ਪ੍ਰਬੰਧ ਹੈ। ਇਹਦਾ ਦਿਖਾਣ ਲੰਬੂ ਲਾਇਆ। ਉਦੋਂ ਭਾਈ ਰਾਮੇ ਨੇ 700 ਕੀਤੀ ਤੇ ਚੌਕੀ ਸ਼ੁਰੂ ਕੀਤੀ। ਉਹਨੇ ਸ਼ਬਦ ਆਰੰਭ ਕੀਤਾ, ਸਾਧ ਵੇਦਾਂ ਮਿਥਿਆ ਜਾਣੋ, ਯਾ ਭੀਤਰ ਜੋ ਰਾਮ ਬਸਤ ਹੈ ਸੱਚ ਤੇ ਪਹਿਚਾਨੋ। ਜੀਵ ਪਰਮਾਤਮਾ ਦੀ ਅੰਸ਼ ਹੈ। ਜਦ ਜੀਵ ਨੂੰ ਭੀੜ ਬਣੇ,
ਜਾਂ ਉਹਦੇ ਦਿਲ ਨੂੰ ਡਾਢੀ ਚੋਟ ਲੱਗੇ ਤਾਂ ਪਰਮਾਤਮਾ ਦੀ ਕਲਾ ਉਸ 'ਚੋਂ ਪ੍ਰਗਟ ਹੁੰਦੀ ਹੈ। ਭਾਈ ਰਾਮਾ ਉਂਝ ਵੀ ਬੜਾ ਪ੍ਰਸਿੱਧ ਕੀਰਤਨੀਆ ਸੀ। ਇਸ ਸਮੇਂ ਤੋਂ ਆਪ ਐਸੇ ਵਿਰਾਗ 'ਚ ਆਇਆ ਕਿ ਕਠੋਰ ਹਿਰਦੇ ਵੀ ਪਿਘਲ ਗਏ। ਸਾਧੂ ਰਚਨਾ ਰਾਮ ਬਣਾਈ, ਇੱਕ ਬਿਨ ਸੇ ਕਿ ਸਥਰ ਕਰਮਾ ਨੇ, ਅਚਰਜ ਲਿਖਿਓ ਨਾ ਜਾਈ। ਫਿਰ ਭਾਈ ਸੂਰਤ ਸਿੰਘ ਤੇ ਭਾਈ ਗੁਲਾਬ ਸਿੰਘ ਦੇ ਜਥਿਆਂ ਨੇ ਵਾਰੀ-ਵਾਰੀ ਚੌਂਕੀਆਂ ਭਰੀਆਂ। ਉਪਰੰਤ ਲੋਕਾਂ ਨੇ ਜ਼ੋਰ ਦਿੱਤਾ ਭਾਈ ਰਾਮ ਸਿੰਘ ਜੀ ਵੀ ਸ਼ਬਦ ਦਾ ਕੀਰਤਨ ਕਰਨ। ਭਾਈ ਰਾਮ ਸਿੰਘ ਤੇ ਭਾਈ ਕਰਮ ਸਿੰਘ ਜੀ ਨੇ ਮਹਾਤਮਾ ਜੀ ਦਾ ਪਿਆਰਾ ਸ਼ਬਦ ਗੋਇਲ ਆਇਆ ਗੋਇਲੀ ਕਿਆ ਤਿਸ ਡੰਮ ਪਸਾਰ ਸ਼ੁਰੂ ਕੀਤਾ। ਕੀਰਤਨ ਕਰਦਿਆਂ ਭਾਈ ਰਾਮ ਸਿੰਘ ਦਾ ਗਲਾ ਰੁਕ ਜਾਵੇ। ਵੇਖ ਕੇ ਭਾਈ ਰਾਮਾ ਸਹਾਇਤਾ ਲਈ ਕੋਲ ਜਾ ਬੈਠਾ। ਅੰਤ ਸ਼ਬਦ ਦਾ ਭੋਗ ਪਿਆ। ਉਧਰ ਸੰਸਕਾਰ ਵੀ ਹੋ ਗਿਆ। ਇਹ ਤੋਂ ਪਿੱਛੋਂ ਗਿਆਨੀ ਹਰੀ ਸਿੰਘ ਨੇ ਕੀਰਤਨ ਸੋਲੇ ਦਾ ਪਾਠ ਕੀਤਾ। ਤੁਕਾਂ ਦੁਹਰਾ ਕੇ ਪੜੀਆਂ, ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀ ਆਵੈ ਰਸ ਕਥ ਕਥਾ ਤਿਨ ਜਾਣੀ, ਜਾਕੋ ਆਏ ਸੋਈ ਬਿਹਾਜੋ ਹਰ ਗੁਰਤੇ ਮਨੈ ਬਸੇਰਾ, ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏਗਾ ਫੇਰਾ, ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੁਕੁ ਕਰ ਸੰਤਨ ਕੀ ਤੂਰੇ। ਉਪਰੰਤ ਗਿਆਨੀ ਜੀ ਨੇ ਅਰਦਾਸਾ ਸੋਧਿਆ, ਪ੍ਰਾਰਥਨਾ ਕੀਤੀ ਕਿ ਹੇ ਪ੍ਰਭੂ, ਮਹਾਤਮਾ ਜੀ ਆਪ ਦੀ ਜੋਤ ਦਾ ਪ੍ਰਕਾਸ਼ ਅੱਜ ਆਪਣੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਆਪ ਦੇ ਦਰ 'ਤੇ ਹਾਜ਼ਰ ਹੁੰਦੇ ਹੈ। ਦਾਤਾਰ ਆਪ ਦੀ ਆਤਮਾ ਨੂੰ ਆਪਣੇ ਚਰਨ ਕਮਲਾਂ 'ਚ ਨਿਵਾਸ ਬਖਸ਼ਣਾ, ਅੰਮ੍ਰਿਤਸਰ ਨਿਵਾਸੀਆਂ 'ਚ ਸ਼ਾਂਤੀ ਵਰਤਾਉਣੀ, ਪ੍ਰੇਮ ਤੇ ਧਰਮ ਦੀ ਲਹਿਰ ਜੋ ਮਹਾਤਮਾ ਜੀ ਨੇ ਇਸ ਗੁਰੂ ਕੀ ਨਗਰੀ 'ਚ ਚਲਾਈ ਸੀ, ਉਹਨੂੰ ਆਪਣੀ ਕਿਰਪਾ ਕਰਕੇ ਜਾਰੀ ਰੱਖਣਾ। ਹੇ ਅਕਾਲ ਪੁਰਖ ਜੋਤੀ ਸਰੂਪ, ਅਸੀਂ ਪਾਪੀਆਂ ਭੁੱਲਣਹਾਰ, ਪਰ ਤੇਰੇ ਦਰ ਦੇ ਕੁੱਕਰਾਂ ਦਿਆ ਕਰੋ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹੋ ਪਾਪੀ ਵੱਡ ਗੁਨਹਗਾਰ। ਗੁਰੂ ਗਰੀਬ ਨਿਵਾਜ ਇਸ ਗੁਰੂ ਕੀ ਨਗਰੀ ਨੂੰ ਭਾਗ ਲਾਈ ਰੱਖਣਾ ਤੇ ਮਹਾਤਮਾ ਜੀ ਦੀ ਜੋਤ ਦਾ ਪ੍ਰਕਾਸ਼ ਉਹਨਾਂ ਦੇ ਪਰਮ ਪਿਆਰੇ ਸੇਵਕ ਤੇ ਸਾਥੀ ਭਾਈ ਰਾਮ ਸਿੰਘ ਦੇ ਹਿਰਦੇ 'ਚ ਜਾਰੀ ਰੱਖਣਾ। ਸਿਰਜਣਹਾਰ ਦਾਤਾਰ ਇਸ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਹਰ ਇੱਕ ਵਸਨੀਕ ਦੇ ਮਨ 'ਚ ਗੁਰੂ ਸੱਚੇ ਪਾਤਸ਼ਾਹ ਦੀ ਜੋਤ ਹੀ ਪ੍ਰਵੇਸ਼ ਕਰਦੀ ਰਹੇ। ਦਾਤਾ ਜੀਓ, ਆਪਣੇ ਸਿੱਖ ਸੇਵਕਾਂ ਦੇ ਅੰਗ ਸੰਗ ਸਹਾਈ ਰਹਿਣਾ। ਜੋ ਅੜੇ ਸੋ ਚੜੇ, ਜੋ ਸ਼ਰਨ ਪਏ ਸੋ ਤਰੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਧੰਨਵਾਦ। ਸਮਾਪਤ।